ਵੀਰੋ ਤੇ ਭੈਣੋ, ਹਰ ਹਫਤੇ ਜੈਸੇ ਤੁਹਾਨੂੰ ਪਤਾ ਹੈ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਦਾ ਪੰਜਾਬ ਦੇ ਪ੍ਰਤੀ, ਖਾਸ ਕਰਕੇ ਇਸ ਸਮੇਂ 'ਚ ਜਦੋਂ ਇਹ ਕੋਵਿਡ ਨੇ ਪੂਰੇ ਦੁਨੀਆ ਦੇ ਵਿੱਚ ਸਾਰਿਆਂ ਨੂੰ ਹਿਲਾ ਦਿੱਤਾ ਹੈ। ਔਰ ਇਹ ਜ਼ਰੂਰੀ ਸੀ ਕਿ ਅਸੀਂ ਇਹਦਾ ਕਦਮ ਜਿਹੜੇ ਕੁਝ ਚੱਕਣੇ ਨੇ ਅਸੀਂ ਕਦਮ ਵੀ ਚੱਕੀਏ, ਤੁਹਾਡੇ ਨਾਲ ਮੈਂ ਗੱਲਾਂ ਕਰਾਂ ਔਰ ਜੋ ਕੁਝ ਮੈਨੂੰ ਪਤਾ ਲੱਗਦਾ ਮੈਂ ਤੁਹਾਨੂੰ ਦੱਸਾਂ। ਇਹ ਚੀਜ਼ ਕੋਈ ਲੁਕੋ ਦੀ ਨਹੀਂ ਹੈ, ਇਹ ਆਪਾਂ ਨੂੰ ਖੁੱਲ੍ਹੇ ਗੱਲਾਂ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਤੁਸੀਂ ਵੀ ਸਮਝ ਸਕੋ ਔਰ ਮੈਂ ਵੀ ਸਮਝ ਕੇ ਤੁਹਾਨੂੰ ਦੱਸ ਸਕਾਂ ਕਿ ਕੀ ਕੁਛ ਸਾਡੇ ਪੰਜਾਬ ਦੇ ਵਿੱਚ ਆਪਾਂ ਨੂੰ ਕਰਨਾ ਚਾਹੀਦਾ। ਹੁਣ ਤੁਹਾਨੂੰ ਪਤਾ ਹੈ ਕਿ ਸ਼ੁਰੂਆਤ ਅਸੀਂ ਕੀਤੀ ਇਹ ਲੋਕਡਾਊਨ ਦੀ, ਕਰਫਿਊ ਦੀ ਕੀਤੀ ਔਰ ਕੁਛ ਗੱਲਾਂ ਹੋਈਆਂ ਨੇ, ਜੈਸੇ ਲੋਕ ਬਾਹਰੋਂ ਆ ਗਏ, ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ, ਉਹਦੇ ਨਾਲ ਕੋਈ ਬਿਮਾਰੀ ਲਿਆਏ ਔਰ ਸਾਡੇ ਪੰਜਾਬ ਦੇ ਵਿੱਚ ਚੱਲੀ। ਲੇਕਿਨ ਕਿਉਂਕਿ ਅਸੀਂ ਬੜੇ ਸਖਤੀ ਨਾਲ ਇਹ ਲੋਕਡਾਊਨ ਕੀਤੀ ਔਰ ਤੁਸੀਂ ਸਾਥ ਦਿੱਤਾ। ਅਗਰ ਤੁਸੀਂ ਸਾਥ ਨਾ ਦਿੰਦੇ ਨਾ ਇਹ ਕਾਬੂ ਨਹੀਂ ਆਉਣੀ ਸੀ ਸਾਥੋਂ। ਅੱਜ ਦੇਖ ਲਓ ਦੇਸ਼ ਭਰ ਵਿੱਚ ਕੀ ਹੋ ਰਿਹਾ, ਕੀ ਮਹਾਰਾਸ਼ਟਰ 'ਚ ਹੋ ਰਿਹਾ, ਕੀ ਤਾਮਿਲਨਾਡੂ 'ਚ ਹੋ ਰਿਹਾ, ਕੀ ਗੁਜਰਾਤ ਵਿੱਚ ਹੋ ਰਿਹਾ ਔਰ ਦੁਨੀਆ ਦੇ ਵਿੱਚ ਤਾਂ ਹੱਦ ਹੀ ਬਾਹਰ ਟੱਪ ਗਈ ਅਤੇ ਤੁਸੀਂ ਸਭ ਕੁਝ ਜਾਣਦੇ ਹੀ ਹੋ। ਲੇਕਿਨ ਆਪਣਾ ਹਾਲੇ ਵੀ ਕੰਟਰੋਲ ਦੇ ਵਿੱਚ ਹੈ ਪੰਜਾਬ 'ਚ ਔਰ ਇਹ ਕੰਟਰੋਲ ਆਪਾਂ ਨੇ ਰੱਖਣਾ ਔਰ ਤੁਸੀਂ ਰੱਖਣਾ। ਹੁਣ ਮੈਨੂੰ ਇਹ ਕਹਿੰਦੇ ਹੋਏ ਇਹ ਬੁਰਾ ਲੱਗਦਾ ਕਿ ਕੱਲ੍ਹ ਦੇ ਦਿਨ 40-100 ਬੰਦਿਆਂ ਦਾ ਪੁਲਿਸ ਨੇ ਚਲਾਨ ਕੀਤਾ ਕਿ ਮਾਸਕ ਨਹੀਂ ਪਾਇਆ ਪਬਲਿਕ ਏਰੀਆ 'ਚ। 160 ਬੰਦਿਆਂ ਦੇ ਚਲਾਨ ਹੋਏ ਨੇ ਕਿ ਉਹਨਾਂ ਨੇ ਸ਼ਹਿਰ ਦੇ ਵਿੱਚ ਜਾਂਦੇ ਸੜਕਾਂ ਦੇ ਉੱਪਰ ਥੁੱਕਿਆ। ਤੁਹਾਨੂੰ ਪਤਾ ਹੈ ਸਾਰੀ ਜਿਹੜੀ ਕੋਵਿਡ ਦੀ ਬਿਮਾਰੀ ਥੁੱਕ ਤੋਂ ਹੀ ਚੱਲਦੀ ਹੈ। ਫਿਰ ਕੁਛ ਇਹੋ ਜਿਹੇ ਨੇ ਜਿਹੜੇ ਸੋਸ਼ਲ ਡਿਸਟੈਂਸਿੰਗ ਨਹੀਂ ਰੱਖਦੀ, 20-25 ਇਹ ਹੋ ਗਏ ਸੀ, ਉੱਥੇ ਚਲਾਨ ਕੀਤਾ। ਹੁਣ ਇਹ ਅੱਜ ਸਮਝਣਾ ਕਿ ਆਪਾਂ ਕੰਟਰੋਲ 'ਚ ਰੱਖਿਆ ਹੈ ਕਿ ਆਪਾਂ ਜੋ ਮਰਜ਼ੀ ਕਰ ਲਈਏ ਅਤੇ ਕੰਟਰੋਲ 'ਚ ਹੀ ਰਹਿਣਾ, ਇਹ ਬਿਲਕੁਲ ਗਲਤ ਬਾਤ ਹੈ। ਤੁਹਾਨੂੰ ਆਪ ਇਹ ਕਦਮ ਅਗਰ ਆਪਾਂ ਨੇ ਪੰਜਾਬ ਨੂੰ ਬਚਾਉਣਾ ਹੈ ਅਤੇ ਅੱਜ ਤੁਹਾਨੂੰ ਇਹ ਕਦਮ ਚੱਕਣੇ ਪੈਣਗੇ ਜਿਹੜੇ ਅਸੀਂ ਦੱਸਦੇ ਆਏ ਹਾਂ ਸ਼ੁਰੂ ਤੋਂ। ਮੈਂ ਨਹੀਂ ਦੱਸ ਰਿਹਾ, ਇਹ ਡਾਕਟਰ ਦੱਸਦੇ ਨੇ ਜਿਹਦੇ ਨਾਲ ਇਹ ਆਪਾਂ ਕਾਬੂ ਕਰ ਸਕਦੇ ਹਾਂ। ਤੁਹਾਨੂੰ ਪਤਾ ਕੀ ਚੀਜ਼ ਹੈ? ਸੋਸ਼ਲ ਡਿਸਟੈਂਸਿੰਗ ਰੱਖਣਾ, 6 ਫੁੱਟ ਦਾ, ਹੱਥ ਧੋਣੇ, ਮਾਸਕ ਪਾਉਣਾ ਔਰ ਇਹ ਚੀਜ਼ਾਂ ਬੜੀਆਂ ਸਾਧਾਰਨ ਚੀਜ਼ਾਂ ਨੇ ਪਰ ਕਰਨੀਆਂ ਤੁਹਾਨੂੰ ਪੈਣਗੀਆਂ। ਅਗਰ ਤੁਸੀਂ ਕਰ ਲਓਗੇ ਫਿਰ ਆਪਾਂ ਆਪਣੇ ਸੂਬੇ ਨੂੰ ਬਚਾ ਲਾਂਗੇ, ਤੁਸੀਂ ਆਪਣੇ ਗੁਆਂਢ 'ਚ ਆਪਣੇ ਲੋਕਾਂ ਨੂੰ ਬਚਾ ਲਓਗੇ, ਨਾਲੇ ਆਪਣੇ ਪਰਿਵਾਰ ਨੂੰ ਬਚਾ ਲਓਗੇ। ਅਸੀਂ ਖੁੱਲ੍ਹ ਕੀਤੀ ਹੈ, ਹੁਣ ਖੁੱਲ੍ਹ ਇਸ ਲਈ ਕੀਤੀ ਹੈ ਕਿਉਂਕਿ ਇਹ ਬਾਹਲੀ ਦੇਰ ਲੋਕਾਂ ਨੂੰ ਅੰਦਰ ਨਹੀਂ ਰੱਖ ਸਕਦੇ। ਸ਼ੁਰੂਆਤ ਵਿੱਚ ਅਸੀਂ ਰੱਖੇ ਪਰ ਆਹਿਸਤਾ ਇਹ ਸਮਝ ਕੇ ਕਿ ਆਪਣੇ ਲੋਕ ਇਹ ਜਿਹੜੀਆਂ ਗੱਲਾਂ ਅਸੀਂ ਕਹੀਆਂ ਨੇ ਚਾਹੇ ਖੁੱਲ੍ਹ ਹੋਏ, ਇਹ ਗੱਲ ਆਪਣੇ ਇਹਨਾਂ ਨੂੰ ਅਪਣਾਉਣਗੇ ਗੱਲਾਂ ਨੂੰ। ਜੈਸੇ ਉਹੀ ਮੈਂ ਤੁਹਾਨੂੰ ਦੱਸਿਆ ਸੋਸ਼ਲ ਡਿਸਟੈਂਸਿੰਗ, ਮਾਸਕ ਵਗੈਰਾ ਔਰ ਉਹਦੇ ਨਾਲ ਹੀ ਇਹ ਬਚਤ ਹੋ। ਔਰ ਉਹ ਮੈਨੂੰ ਅਫਸੋਸ ਤਾਂ ਹੋ ਰਿਹਾ ਕਿ ਦੇਖ ਲਓ ਇੱਕ ਦਿਨ 'ਚ 4600 ਬੰਦਿਆਂ ਨੇ ਮਾਸਕ ਨਹੀਂ ਪਾਇਆ। ਹੁਣ ਤੁਸੀਂ ਬਿਮਾਰੀ ਤੁਹਾਨੂੰ ਵੀ ਲੱਗ ਸਕਦੀ ਹੈ, ਤੁਸੀਂ ਹੋਰਾਂ ਨੂੰ ਵੀ ਦੇ ਸਕਦੇ ਹੋ। ਇਹਦਾ ਫਾਇਦਾ ਕੀ ਹੈ ਦੱਸੋ? ਕੁਛ ਨਹੀਂ। ਔਰ ਇਹ ਗੱਲ ਅਗਰ ਆਪਾਂ ਨੇ ਪੰਜਾਬ ਨੂੰ ਬਚਾਉਣਾ ਹੈ ਤਾਂ ਤੁਹਾਨੂੰ ਇਹ ਮੇਰੀ ਗੱਲ ਮੰਨਣੀ ਪਊ। ਇਹ ਆਪਾਂ ਅੱਜ ਬਚੇ ਹੋਏ ਹਾਂ। ਅੱਜ ਤੁਹਾਨੂੰ ਪਤਾ ਹੈ, ਤੁਸੀਂ ਬਾਕੀ ਤਾਂ ਆંકੜੇ ਤੁਸੀਂ ਦੇਖਦੇ ਹੋ ਪਰ ਸਾਡੇ ਸਿਰਫ 2500 ਕੇਸ ਹੋਏ ਨੇ ਅੱਜ ਤੱਕ। ਸਾਡੇ ਐਕਟਿਵ ਕੇਸ 350 ਨੇ ਕਿਉਂਕਿ ਕਈ ਲੋਕ ਆਪਣੇ ਬਿਮਾਰੀ ਤੋਂ ਬਾਅਦ ਆਪਣੇ ਘਰਾਂ ਚਲੇ ਗਏ। ਸਾਡੇ ਰਿਕਵਰੀ ਰੇਟ 85% ਹੈ ਜੋ ਰਿਕਾਰਡ ਹੈ ਸਾਡੇ ਮੁਲਕ ਦੇ ਲਈ। ਔਰ ਅੱਜ ਲੇਕਿਨ ਪਿਛਲੀ ਵਾਰ ਜਦ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਮੈਂ ਤੁਹਾਨੂੰ ਦੱਸਿਆ ਸੀ ਕਿ 25-30 ਬੰਦੇ ਦੀ ਬਿਮਾਰੀ ਲੱਗ ਰਹੀ ਹੈ ਆਪਾਂ ਨੂੰ ਡੇਲੀ ਬੇਸਿਸ 'ਤੇ। ਹੁਣ ਇਹ ਪਹੁੰਚ ਗਈ ਹੈ 40 ਤੋਂ ਲੈ ਕੇ 45 ਤੱਕ। ਇਹੀ ਕਾਰਨ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ। ਇਸ ਕਰਕੇ ਤੁਸੀਂ ਆਪਣੀ ਜ਼ਿੰਮੇਵਾਰੀ ਸਮਝੋ, ਆਪਣੇ ਵਾਸਤੇ ਵੀ, ਆਪਣੇ ਪਰਿਵਾਰ ਵਾਸਤੇ ਵੀ, ਆਪਣੇ ਗੁਆਂਢ ਵਾਸਤੇ ਵੀ ਔਰ ਆਪਣੇ ਪੰਜਾਬ ਵਾਸਤੇ ਵੀ। ਔਰ ਤੁਸੀਂ ਆਹ ਗੱਲਾਂ ਜ਼ਰੂਰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਕਰੋ ਆਪਣੇ ਪੰਜਾਬ ਦੇ ਵਿੱਚ, ਕਿਉਂਕਿ ਆਹ ਕੰਮ ਨਹੀਂ ਹੁਣ ਆਪਾਂ ਦੇਣਾ ਕਿ ਆਪਣਾ ਸੂਬਾ ਵੀ ਉਹ ਦੂਜੇ ਸੂਬਿਆਂ ਵਾਂਗੂ ਇਹ ਬਿਮਾਰੀ ਉਹਦੇ ਫੈਲ ਜਾਏ। ਹਿੰਦੁਸਤਾਨ ਦੇ ਵਿੱਚ ਰੋਜ਼ 9000 ਕੇਸ ਆ ਰਹੇ ਨੇ ਔਰ ਉਹਦੇ ਵਿੱਚੋਂ ਪੰਜਾਬ ਦਾ ਸਿਰਫ 0.5% ਹੈ ਔਰ 2.5% ਸਾਡੀ ਹਿੰਦੁਸਤਾਨ ਦੀ ਪਾਪੂਲੇਸ਼ਨ ਹੈ। ਤਾਂ ਤੁਸੀਂ ਸਮਝਿਓ ਕਿ ਅੱਜ ਤੱਕ ਅਸੀਂ ਕੰਟਰੋਲ ਦੇ ਵਿੱਚ ਰੱਖਿਆ। ਇਸ ਕਰਕੇ ਜ਼ਰੂਰੀ ਹੈ ਕਿ ਜਿਹੜੀਆਂ ਗੱਲਾਂ ਮੈਂ ਅੱਜ ਕਰ ਰਿਹਾ ਔਰ ਮੈਂ ਸ਼ੁਰੂਆਤ ਵੀ ਇਸ ਦੇ ਨਾਲ ਕੀਤੀ ਹੈ ਤਾਂ ਕਿ ਮੈਂ ਤੁਹਾਨੂੰ ਦੱਸ ਸਕਾਂ ਕਿ ਕਿੰਨੀ ਇਹ ਜ਼ਰੂਰੀ ਹੈ ਕਿ ਆਪਾਂ ਇਹ ਗੱਲਾਂ ਨੂੰ ਇਹਨਾਂ ਨੂੰ ਬਿਲਕੁਲ ਮਨ 'ਚ ਵਸਾ ਕੇ ਇਹ ਆਪਾਂ ਕਰਦੇ ਰਹੀਏ।
अगर किसी ਨੂੰ कोई भी जुकाम होए या बदन दर्द होए, जैसे फ्लू हो जाता है, कदे कदे मौसम बदलती है ना, तो अपन जुकाम वगैरह हो जाता है, अगर होए कदे ये ना समझो कि आम है, कि आम आम नज़ला हो गया, तुसी जाओ अपने डॉक्टर ਨੂੰ ਮਿਲੋ, ਉਹਨਾਂ ਨੂੰ ਫੈਸਲਾ ਕਰਨ ਦਿਓ ਕਿ ਤੁਹਾਡੇ ਕੀ ਕਿਸ ਕਿਸਮ ਦੀ ਤੁਹਾਨੂੰ ਇਲਾਜ ਉਹਨਾਂ ਨੂੰ ਤੁਹਾਡਾ ਹੋਣਾ ਚਾਹੀਦਾ ਹੈ। ਆਪ ਨਾ ਤੁਸੀਂ ਬਹਿ ਜਾਓ ਘਰ 'ਚ, ਮੈਂ ਥੋੜ੍ਹੀ ਦੇਰ ਮੈਨੂੰ ਰਹੂਗਾ ਫਿਰ ਠੀਕ ਹੋ ਜਾਊਗਾ, ਉਹਦੇ ਨਾਲ ਫੈਲ ਸਕਦਾ ਆਪਣਾ ਕੰਮ। ਔਰ ਅਗਰ ਤੁਸੀਂ ਸਮੇਂ ਸਿਰ ਗਏ, ਅਗਰ ਸਮੇਂ ਸਿਰ ਗਏ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਤੁਹਾਡਾ ਇਲਾਜ, ਜੈਸੇ ਇੰਨੇ ਲੋਕ ਸਾਡੇ ਸਮੇਂ ਸਿਰ ਗਏ ਨੇ ਔਰ ਉਹਨਾਂ ਦਾ ਇਲਾਜ ਹੋਇਆ ਔਰ ਉਹ ਠੀਕ ਹੋ ਗਏ ਨੇ ਔਰ ਘਰਾਂ 'ਚ ਵਾਪਸ ਚਲੇ ਗਏ ਨੇ। ਜਿਹੜੇ ਲੋਕ ਦੇਰ ਕਰ ਦਿੰਦੇ ਨੇ ਉੱਥੇ ਫਿਰ ਮੁਸੀਬਤ ਆਉਂਦੀ ਹੈ। ਅੱਜ ਵੀ ਉਸ ਦੇ ਨਾਲ ਮੇਰੇ ਕੋਲ ਹੈ ਕੁਛ, ਆ ਦੇਖ ਲਓ, ਤਕਰੀਬਨ 3 ਬੰਦੇ ਨੇ ਸਾਡੇ ਆਕਸੀਜਨ 'ਤੇ ਔਰ 2 ਬੰਦੇ ਨੇ ਮੇਰਾ ਖਿਆਲ ਇਸ ਲਾਈਫ ਸਪੋਰਟ ਸਿਸਟਮ 'ਤੇ ਜਿਹਨੂੰ ਕਹਿੰਦੇ ਅਸੀਂ। ਇਹ ਵੀ ਕਿਉਂਕਿ ਸ਼ਾਇਦ ਦੇਰ 'ਚ ਗਏ ਨੇ ਆਪਣੇ ਡਾਕਟਰਾਂ ਕੋਲ, ਤਾਂ ਪਹਿਲਾਂ ਹੀ ਤੁਸੀਂ ਚਲੇ ਜਾਓ ਤਾਂ ਤੁਹਾਨੂੰ ਇਹ ਜਿਹੜੀ ਔਖੀ ਘੜੀ ਹੈ ਇਹਦਾ ਸਾਹਮਣਾ ਨਹੀਂ ਕਰਨਾ ਪਊ ਤੁਹਾਨੂੰ। ਇਹਦੇ ਨਾਲ ਹੀ ਮੈਂ ਮਿਸ਼ਨ ਫਤਿਹ ਇੱਕ ਅਸੀਂ ਪੰਜਾਬ ਨੇ ਲਾਇਆ। ਮੇਰਾ ਕੋਈ ਮਿਸ਼ਨ ਨਹੀਂ ਹੈ, ਇਹ ਕਿਸੇ ਸਰਕਾਰੀ ਮਹਿਕਮੇ ਦਾ ਮਿਸ਼ਨ ਨਹੀਂ ਹੈ, ਤੁਹਾਡਾ ਮਿਸ਼ਨ ਹੈ। ਅਗਰ ਆਪਣੀ ਫਤਿਹ ਹੋਊ ਤਾਂ ਤੁਹਾਡੀ ਹੋਊ, ਪੰਜਾਬ ਦੀ ਹੋਊ। ਇਸ ਕਰਕੇ ਇਹ ਲਾਇਆ ਔਰ ਇਹਦੇ ਵਿੱਚ ਸਾਡੇ ਬਹੁਤ ਦੋਸਤਾਂ ਨੇ ਜਿਨ੍ਹਾਂ ਨੇ ਇਹਦੇ ਵਿੱਚ ਸਾਥ ਦਿੱਤਾ ਹੈ। ਸਾਡੇ ਕਈ ਐਕਟਰ ਵੀਰ ਨੇ, ਪੰਜਾਬ ਦੇ ਰਹਿਣ ਵਾਲੇ ਵੀ ਔਰ ਬਾਹਰ ਵੀ ਨੇ। ਅਮਿਤਾਭ ਬੱਚਨ ਜੀ ਨੇ, ਕਰੀਨਾ ਕਪੂਰ ਜੀ ਨੇ, ਸਾਡੇ ਸੋਨੂ ਸੂਦ ਜੀ ਨੇ, ਮਿਲਖਾ ਸਿੰਘ ਜੀ ਨੇ, ਆਪ ਜੋ ਮੰਨੇ ਹੋਏ ਸਾਡੇ ਖਿਲਾੜੀ ਨੇ, ਕਪਿਲ ਦੇਵ ਜੀ ਜੋ ਸਾਡੇ ਕ੍ਰਿਕਟ ਦੇ ਕੈਪਟਨ ਰਹੇ, ਯੁਵਰਾਜ ਸਿੰਘ ਜੀ ਵੀ ਜਿਹੜੇ ਮਾਹਰ ਸੇ ਕ੍ਰਿਕਟ ਦੇ ਵਿੱਚ, ਔਰ ਕਈ ਹੋਰ ਲੋਕਾਂ ਨੇ ਆਪਣਾ ਸਾਥ ਦਿੱਤਾ ਇਹਦੇ ਵਿੱਚ। ਉਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ। ਉਹਨਾਂ ਨੇ ਆਪਣੇ ਤੌਰ 'ਤੇ ਹੀ ਆਪਣਾ ਸਮਾਂ ਕੱਢ ਕੇ ਸਾਡਾ ਇਸ ਕੰਮ 'ਚ ਸਾਥ ਦਿੱਤਾ ਹੈ। ਪਰ ਇਹ ਦੇਖ ਲਓ, ਬੰਬਈ ਬੈਠੇ ਨੇ ਔਰ ਬੰਬਈ ਬੈਠ ਤੇ ਆਪਣੀ ਸੋਚ ਉਹਨਾਂ ਦੀ ਪੰਜਾਬ ਦੇ ਵਿੱਚ ਹੈ ਕਿ ਪੰਜਾਬ ਬਚੇ। ਮੈਂ ਤਾਂ ਇੱਕ ਵਾਰ ਉਹਨਾਂ ਨੂੰ ਬੇਨਤੀ ਕੀਤੀ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਹੀ ਗੱਲਾਂ ਚੱਕ ਲਈਆਂ। ਤਾਂ ਮੈਨੂੰ ਬੜੀ ਖੁਸ਼ੀ ਹੈ ਔਰ ਹੁਣ ਮੈਂ ਦਿਲੋਂ ਉਹਨਾਂ ਦਾ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਸਾਥ ਸਾਡਾ ਦਿੱਤਾ ਹੈ। ਹੁਣ ਕੁਝ ਗੱਲਾਂ ਨੇ ਜਿਹੜੀਆਂ ਆਪਣੇ ਨਾਲ ਸੰਬੰਧਿਤ ਰੱਖਦੀਆਂ ਨੇ ਕਰੋਨਾ ਤੋਂ ਇਲਾਵਾ। ਇੱਕ ਤਾਂ ਹੈ ਜੀ, ਸਰਕਾਰ ਨੇ ਇੱਕ ਸਾਡੇ ਐਗਰੀਕਲਚਰ ਦੇ ਵਿੱਚ, ਖੇਤੀਬਾੜੀ ਦੇ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ, ਬਿਲਕੁਲ ਅਸੀਂ ਨਹੀਂ ਇਹ ਕਰਨ। ਦੇਖੋ, ਆੜ੍ਹਤੀਆਂ ਦਾ ਔਰ ਕਿਸਾਨਾਂ ਦੀ ਬੜਾ ਇੱਕ ਰਿਸ਼ਤਾ ਹੈ, ਉਹ ਰਿਸ਼ਤਾ ਕਾਇਮ ਰੱਖਣਾ ਹੈ। ਸਾਡੇ MSP ਜਿਹੜੀ ਜਿਹਨੇ ਇਸ ਦੇਸ਼ ਨੂੰ ਬਚਾਇਆ। ਇੱਕ ਸਮੇਂ ਹੁੰਦਾ ਸੀ ਜਦੋਂ ਅਸੀਂ ਭੀਖ ਮੰਗਦੇ ਸੀ ਅਮਰੀਕਾ ਤੋਂ, ਔਰ PL480 ਇੱਕ ਫੰਡ ਸੀ, ਉਹ ਸਾਨੂੰ ਉੱਥੋਂ ਉਧਾਰਾ ਦਿੰਦੇ ਸੀ ਔਰ ਉਹ ਪੈਸੇ ਜਮ੍ਹਾਂ ਕਰਕੇ ਔਰ ਇਹ ਪਤਾ ਨਹੀਂ ਕਿਸ ਕੰਮ ਵਾਸਤੇ ਇਸਤੇਮਾਲ ਕਰਦੇ ਸੀ ਅਮਰੀਕਨ। ਔਰ ਫਿਰ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਨਵੀਂ ਝੋਨੇ ਕੱਢੇ, ਨਵੇਂ ਸਾਡੀ ਕਣਕਾਂ ਕੱਢੀਆਂ ਔਰ ਉਹਦੇ ਨਾਲ ਸਾਡੀ ਆਪਣੀ ਪੈਦਾਵਾਰ ਹੋਣ ਲੱਗੀ। ਔਰ ਇਹ ਛੋਟਾ ਜਿਹਾ ਪੰਜਾਬ 2.5% ਦੀ ਧਰਤੀ, ਇਹਨੇ ਦੇਸ਼ ਨੂੰ ਬਚਾਇਆ ਔਰ ਇਹ ਅੰਨ ਦਾ ਭੰਡਾਰ ਭਰਤੇ ਸਾਰੇ। ਔਰ ਹੁਣ ਉਹ ਜਿਹੜੀ MSP ਦੇਣ ਲੱਗੇ ਸੀ ਉਹ ਵੀ ਬੰਦ ਕਰਨ ਦੀ ਗੱਲਾਂ ਕਰ ਰਹੇ ਨੇ। ਤਾਂ ਇਹ ਗੱਲਾਂ ਅਸੀਂ ਇਸ ਦੇ ਨਾਲ ਸਖਤੀ ਨਾਲ ਇਸ ਦੀ ਨਿਪਟਾਵਾਂਗੇ। ਅਸੀਂ ਕਾਨੂੰਨੀ ਵਿਵਸਥਾ ਵੀ ਕਰਾਂਗੇ ਔਰ ਮੈਂ ਪ੍ਰਧਾਨ ਮੰਤਰੀ ਜੀ ਨੂੰ ਵੀ ਲਿਖਾਂਗਾ ਕਿ ਇਹ ਪੰਜਾਬ ਦੇ ਨਾਲ ਇਹ ਗੱਲ ਠੀਕ ਨਹੀਂ। ਉਹ ਵੀ ਰਹੇ ਨੇ ਮੁੱਖ ਮੰਤਰੀ, 3 ਵਾਰ ਰਹੇ ਨੇ ਉੱਥੇ ਗੁਜਰਾਤ ਦੇ ਵਿੱਚ, ਔਰ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਕਿਸਾਨਾਂ ਦੀ ਸੋਚ ਕੀ ਔਰ ਕਿਸਾਨ ਕੈਸੀ ਕਿਸਾਨੀ ਕਰਦੇ ਨੇ। ਉੱਥੇ ਵੀ ਕਿਸਾਨੀ ਹੁੰਦੀ ਹੈ, ਲੇਕਿਨ ਸਾਡੀ ਤਾਂ ਕਿਸਾਨੀ ਨੇ ਤਾਂ ਦੇਸ਼ ਨੂੰ ਬਚਾਇਆ ਔਰ 60 ਸਾਲ ਤੋਂ ਇਹ ਕੰਮ ਚੱਲਦਾ ਰਿਹਾ। ਹੁਣ ਬਦਲਣ ਦਾ ਮਤਲਬ ਕੀ ਹੈ ਦੱਸੋ ਮੈਨੂੰ? ਕੋਈ ਮਤਲਬ ਨਹੀਂ। ਹੁਣ ਜਿਹੜੀ ਕਣਕ ਦੀ ਵਢਾਈ ਹੋਈ ਹੈ ਇੱਕ ਰਿਕਾਰਡ ਹੈ ਪੰਜਾਬ ਵਾਸਤੇ। ਲੋਕ ਕਹਿੰਦੇ ਨੇ ਪਿਛਲੇ ਸਾਲ ਨਾਲੋਂ ਘੱਟ ਹੈ, ਲੇਕਿਨ ਪਿਛਲੇ ਸਾਲ ਨਾਲੋਂ ਇਸ ਲਈ ਘੱਟ ਹੈ ਕਿ ਕਣਕ ਜਿਹੜੀ ਰਾਜਸਥਾਨ ਤੋਂ ਜਾਂ ਹਰਿਆਣੇ ਤੋਂ ਆ ਕੇ ਸਾਡੇ ਮੰਡੀਆਂ 'ਚ ਵਿਕਦੀ ਸੀ, ਉਹ ਟਰੱਕ ਨਹੀਂ ਆਏ। ਲੇਕਿਨ ਜੋ ਸਾਡੀ ਪੈਦਾਵਾਰ ਹੋਈ ਹੈ ਪਿਛਲੇ ਸਾਲ ਔਰ ਐਤਕੀ ਆਪਣੀ ਪਿਛਲੇ ਸਾਲ ਨਾਲੋਂ ਜ਼ਿਆਦਾ। ਤਾਂ ਇਹ ਸਾਡੀ ਹਿੰਮਤ ਹੈ ਔਰ ਅਸੀਂ ਜੇ ਕਿਸਾਨਾਂ ਵਾਸਤੇ 24,000 ਕਰੋੜ ਤਾਂ ਆ ਚੁੱਕਿਆ, ਉਹਨਾਂ ਦੇ ਵਾਸਤੇ ਉਹਨਾਂ ਦੀ ਵਾਹਿਗੁਰੂ ਦੀ ਕਿਰਪਾ ਹੋਈ ਹੈ, ਉਹ ਆਪਣੇ ਪਰਿਵਾਰਾਂ ਨੂੰ ਸਾਂਭਣ। ਲੇਕਿਨ ਦੇਸ਼ ਦੇ ਅੰਨ ਦੇ ਭੰਡਾਰ ਭਰੇ ਨੇ ਪੰਜਾਬ ਨੇ ਔਰ ਇੱਥੇ ਅਸੀਂ ਇਹੋ ਜਿਹੇ ਹਾਲਾਤ ਨਹੀਂ ਦੇਖਣਾ ਚਾਹੁੰਦੇ ਜੈਸੇ ਪਹਿਲਾਂ ਹੁੰਦੇ ਸੀ, ਜੋ ਅਮਰੀਕਨਾਂ ਤੋਂ ਉਧਾਰੇ ਸਾਨੂੰ ਲੈਣਾ ਚਾਹੁੰਦੇ ਸੀ। ਤਾਂ ਜਿਹੜਾ ਕੰਮ ਪੰਜਾਬ ਕਰ ਰਿਹਾ ਹੈ ਉਹਦੇ 'ਚ ਵਿਘਨ ਪਾਉਣ ਦਾ ਫਾਇਦਾ ਕੀ ਹੈ? ਇਹ ਮੈਨੂੰ ਸੈਂਟਰ ਦੀ ਸਰਕਾਰ ਦੀ ਕੋਈ ਸਮਝ ਨਹੀਂ ਆਉਂਦੀ ਕਿ ਕਿਉਂ ਤੁਸੀਂ ਕਰ ਰਹੇ ਹੋ।
ਤਾਂ ਇਹ ਗੱਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਅਸੀਂ ਇਹਦੀ ਜ਼ਰੂਰ ਪ੍ਰਾਈਮ ਮਿਨਿਸਟਰ ਨੂੰ ਮਿਲੂੰਗਾ ਔਰ ਮੈਂ ਜ਼ਰੂਰ ਇਹਨੂੰ ਅਸੀਂ ਸਖਤੀ ਨਾਲ ਜ਼ਰੂਰ ਇਹਦਾ ਨਿਪਟਾਂਗੇ ਇਸ ਨੂੰ। ਤੁਸੀਂ ਇੱਕ ਸਵਾਲ ਕੀਤਾ ਸੀ ਮੈਨੂੰ ਕਿ ਜਿਹੜੇ ਇਹ ਸਕੂਲਾਂ ਦੇ ਵਿੱਚ ਫੀਸ ਹਾਲੇ ਦਿੱਤੀਆਂ ਜਾ ਰਹੀਆਂ ਨੇ, ਅਤੇ ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਤੱਕ ਸਕੂਲ ਚੱਲਦੇ ਨਹੀਂ ਕੋਈ ਫੀਸ ਨਹੀਂ ਲੈ ਸਕਦਾ, ਸਿਰਫ ਕੋਈ ਉਹ ਲੈਂਦੇ ਨੇ ਆਨਲਾਈਨ ਫੀਸ ਜਾਂ ਕੁਛ ਤੁਸੀਂ ਕਰ ਸਕਦੇ ਹੋ। ਲੇਕਿਨ ਉਸ ਤੋਂ ਬਾਅਦ ਫਿਰ ਹਾਈ ਕੋਰਟ 'ਚ ਚਲੇ ਗਏ ਕੁਝ ਸਕੂਲ, ਔਰ ਹਾਈ ਕੋਰਟ ਨੇ ਸਾਡਾ ਜਿਹੜਾ ਹੁਕਮ ਸੀ ਉਹਨੂੰ ਅਮੈਂਡ ਕਰਤਾ। ਹੁਣ ਅਸੀਂ ਦੁਬਾਰਾ ਅਪੀਲ ਇੱਕ ਹਾਈ ਕੋਰਟ ਦੇ ਵਿੱਚ ਕਰਾਂਗੇ ਤਾਂ ਕਿ ਇਹ ਗੱਲ ਨੂੰ ਅਸੀਂ ਸੁਧਾਰੀਏ। ਇਹ ਅਸੀਂ ਸਮਝਦੇ ਹਾਂ ਕਿ ਇਹਦੇ 'ਚ ਹਾਈ ਕੋਰਟ ਨੂੰ ਜ਼ਰੂਰ ਸਮਝਣਗੇ ਸਾਡੀ ਗੱਲ, ਕਿਉਂਕਿ ਇਹ ਜਦੋਂ ਤੁਸੀਂ ਸਕੂਲ ਹੀ ਨਹੀਂ ਚਲਾ ਰਹੇ ਤਾਂ ਫੀਸ ਕਿਸ ਵਾਸਤੇ ਲੋਕ ਦੇਣ ਉਸ ਨੂੰ। ਤਾਂ ਮੈਂ ਸਮਝਦਾ ਕਿ ਸਾਡੀ ਗੱਲ ਮੰਨੀ ਜਾਵੇਗੀ। ਇੱਕ ਤਾਂ ਇਹ ਹੈ। ਦੂਸਰਾ, ਬੜੀ ਦੇਰ ਤੋਂ ਚੱਲ ਰਹੀ ਹੈ ਗੱਲ ਕਿ ਗੰਨੇ ਦੀ ਜਿਹੜੀ ਖਰੀਦ ਹੈ ਉਹਦੇ ਪੈਸੇ ਨਹੀਂ ਮਿਲ ਰਹੇ, ਬਹੁਤ ਪ੍ਰਾਈਵੇਟ ਸੈਕਟਰ 'ਚ ਵੀ ਪਬਲਿਕ ਸੈਕਟਰ 'ਚ ਵੀ। ਅਤੇ ਪਬਲਿਕ ਸੈਕਟਰ ਵਿੱਚ ਜਿੰਨਾ ਸੀਗਾ ਅਸੀਂ 100% ਪੂਰਾ ਗੰਨੇ ਦੀ ਜਿਹੜੀ ਕੀਮਤ ਚੁਕਾ ਰਹੇ ਹਾਂ। ਅੱਜ 150 ਕਰੋੜ ਦਾ ਤਕਰੀਬਨ ਸਰਕਾਰ ਪੰਜਾਬ ਸਰਕਾਰ ਦੇਗੀ, ਔਰ 150 ਕਰੋੜ ਸਾਡੇ ਕੋਆਪਰੇਸ਼ਨ ਮਹਿਕਮਾ ਜਿਹੜਾ ਹੈ ਉਹ ਇੰਨਾ ਕੁ ਬਣਦਾ 300 ਕਰੋੜ ਦੇ ਕਰੀਬ, ਔਰ ਅੱਧਾ ਉਹ ਕੋਆਪਰੇਸ਼ਨ ਮਹਿਕਮਾ ਕਰੂਗਾ, ਅੱਧੀ ਅਸੀਂ ਦੇ ਰਹੇ ਹਾਂ ਤਾਂ ਕਿ ਤੁਹਾਡਾ ਪੂਰਾ ਗੰਨੇ ਦਾ ਭਾਅ ਤੁਹਾਨੂੰ ਮਿਲ ਜੇ। ਫਿਰ ਤੁਸੀਂ ਨੌਕਰੀਆਂ ਦੇ ਬਾਰੇ ਬਾਰ-ਬਾਰ ਮੈਨੂੰ ਕਹਿੰਦੇ ਹੋ, ਇਹ ਜ਼ਰੂਰੀ ਗੱਲ ਹੈ ਕਿ ਜਦੋਂ ਕੋਈ ਬੱਚਾ ਪੜ੍ਹਦਾ ਹੈ, ਅੱਗੇ ਨਿਕਲਦਾ ਹੈ, ਉਹਦੀ ਡਿਗਰੀਆਂ ਹੁੰਦੀਆਂ ਨੇ, ਉਹ ਨੌਕਰੀ ਪਾੜੂਗਾ। ਉਹ ਅਸੀਂ ਜ਼ਰੂਰ ਇਸ ਨੂੰ, ਤੁਹਾਨੂੰ ਪਤਾ ਹੈ ਅਸੀਂ ਕਰਦੇ ਆਏ ਹਾਂ ਪਿਛਲੇ 3 ਸਾਲਾਂ ਤੋਂ ਆਪਣੇ ਜੋਬ ਮੇਲਾਜ਼ ਵਗੈਰਾ, ਤਾਂ ਕਿ ਉੱਥੇ ਦੇ ਬੱਚੇ ਨੂੰ ਮਿਲਣ ਨੌਕਰੀਆਂ। ਔਰ ਹੁਣ ਬੰਦ ਕਰਨੀਆਂ ਪਈਆਂ ਇਸ ਕੋਵਿਡ ਕਰਕੇ। ਫਿਰ ਅਸੀਂ ਜਦ ਕੋਵਿਡ ਦਾ ਕੰਮ ਖੁੱਲ੍ਹੂਗਾ ਫਿਰ ਅਸੀਂ ਜ਼ਰੂਰ ਤੁਹਾਨੂੰ ਇਹ ਦੁਬਾਰਾ ਅਸੀਂ ਜੋਬ ਮੇਲਾਜ਼ ਰੱਖਾਂਗੇ। ਇਹਦੇ ਵਿੱਚ ਸਰਕਾਰੀਆਂ ਨੌਕਰੀਆਂ ਦੀ ਮੰਗ ਹੁੰਦੀ ਆਮ ਤੌਰ 'ਤੇ। ਸਰਕਾਰੀ ਨੌਕਰੀਆਂ ਜਿਹੜੀਆਂ ਨੇ ਨਾ ਉਹ ਬਹੁਤ ਥੋੜ੍ਹੀਆਂ ਨੇ। 12,000 ਬੰਦਾ ਰਿਟਾਇਰ ਹੁੰਦਾ ਸਾਲ, ਤਾਂ 12,000 ਤੁਸੀਂ ਭਰ ਸਕਦੇ ਹੋ, ਜਾਂ ਜਿਹੜਾ ਕੋਈ ਬੈਕਲੌਗ ਹੈ ਕੁਛ ਜਿੰਨਾ ਵੀ ਹੈ ਉਹ ਤੁਸੀਂ ਭਰ ਸਕਦੇ ਹੋ। ਨਵੇਂ ਮਹਿਕਮੇ ਨਹੀਂ ਬਣ ਸਕਦੇ ਔਰ ਉਹਨਾਂ ਨੂੰ ਆਪਾਂ ਖਿੱਚ ਕੇ ਵੱਡਾ ਤਾਂ ਕਰ ਨਹੀਂ ਸਕਦੇ। ਸੋ ਇੱਕ ਪਾਸੇ ਤਾਂ ਇਹ ਹੈ, ਇਹ ਅਸੀਂ ਖੋਲਾਂਗੇ ਜ਼ਰੂਰ, ਗਵਰਨਮੈਂਟ ਦੇ ਮਹਿਕਮੇ ਵੀ ਅਸੀਂ ਖੋਲਾਂਗੇ, ਪਰ ਇਸ ਦੇ ਨਾਲ ਦੇ ਨਾਲ ਪ੍ਰਾਈਵੇਟ ਇੰਡਸਟਰੀ ਬਹੁਤ ਲਿਆ ਰਹੇ ਹਾਂ ਅਸੀਂ। ਚੀਨ ਤੋਂ ਲਿਆਉਣਾ ਚਾਹੁੰਦੇ ਹਾਂ। ਸਾਡੇ ਮੌਜੂਦਾ ਉਰੇ ਇੰਡਸਟਰੀ ਬੜੀ ਲੱਗ ਰਹੀ ਹੈ, ਬਹੁਤ ਯੂਨਿਟ ਸਾਡੇ ਆਏ ਨੇ ਇਹ 2 ਸਾਲਾਂ ਦੇ ਵਿੱਚ। ਜਦ ਤੋਂ ਸਾਡੀ ਸਰਕਾਰ ਆਈ ਹੈ ਬਹੁਤ ਲੋਕ ਉਰੇ ਇੱਥੇ ਆ ਕੇ ਆਪਣਾ ਨਵੀਂ ਇੰਡਸਟਰੀ ਲਾਉਣ ਦੀ ਜ਼ਮੀਨਾਂ ਲੈ ਰਹੇ ਨੇ, ਔਰ ਕੰਮ ਵੀ ਸ਼ੁਰੂ ਹੋ ਗਿਆ, ਕਿਤੇ ਤਾਂ ਕੰਮ ਵੀ ਸ਼ੁਰੂ ਹੋ ਗਿਆ। ਸੋ ਬੜੀ ਅੱਛੀ ਗੱਲ ਹੈ ਕਿ ਪੰਜਾਬ ਹੁਣ ਇੰਡਸਟਰੀਲਾਈਜੇਸ਼ਨ ਦੇ ਤੌਰ 'ਤੇ ਨਿਕਲ ਰਿਹਾ ਅੱਗੇ। ਪਾਵਰ ਟੈਰਿਫ ਦਾ ਤੁਹਾਨੂੰ ਦੇਖਿਆ ਕਿ ਅਸੀਂ ਹੁਣ ਬਿਜਲੀ ਦੇ ਡੋਮੈਸਟਿਕ ਜਿਹੜੇ ਥੋੜ੍ਹੀ ਅਸੀਂ ਰਾਹਤ ਦਿੱਤੀ ਆ ਲੋਕਾਂ ਨੂੰ, ਇਹ ਦੇਣੀ ਦੀ ਲੋੜ ਸੀ, ਕਿਉਂਕਿ ਹੁਣ ਤੁਸੀਂ ਕੋਈ ਨੌਕਰੀ ਨਹੀਂ ਕਰ ਰਿਹਾ, ਕੋਈ ਫੈਕਟਰੀਆਂ ਬੰਦ ਪਈਆਂ ਸੀਆਂ, ਕੁਛ ਇਹ ਸਾਰੇ ਜਿਹੜੀ ਸਮੱਸਿਆ ਬਣੀ ਹੋਈ ਹੈ ਪੰਜਾਬ 'ਚ ਆਰਥਿਕ ਤੌਰ 'ਤੇ, ਜਿਹੜੇ ਸਾਡੇ ਬਸ ਦੀ ਗੱਲ ਸੀ ਅਸੀਂ ਉਹ ਕੀਤੀ। ਹੁਣ ਸਾਡੇ ਤਕਰੀਬਨ 70 ਲੱਖ ਆਪਣੇ ਡੋਮੈਸਟਿਕ ਸਾਡੇ ਬੰਦੇ ਨੇ ਜਿਹੜੇ ਆਪਣੇ ਪਾਵਰ ਲੈਂਦੇ ਨੇ, ਜਿਹੜੇ ਪਾਵਰ ਆਪਣੇ ਘਰਾਂ ਦੇ ਵਿੱਚ ਲੈਂਦੇ ਨੇ, ਬਿਜਲੀ ਆਪਣੇ ਘਰਾਂ ਦੇ ਵਿੱਚ ਲੈਂਦੇ ਨੇ, ਉਹ ਤਕਰੀਬਨ 70 ਲੱਖ ਦੇ ਕਰੀਬ ਨੇ। ਉਹਦੇ ਵਿੱਚੋਂ ਅਸੀਂ 67 ਲੱਖ ਨੂੰ ਜਿਹੜੇ ਬਿਲਕੁਲ ਘੱਟ ਬਿਜਲੀ ਇਸਤੇਮਾਲ ਕਰਨ ਵਾਲੇ ਨੇ, ਜਿਹੜੇ ਗਰੀਬ ਬੰਦੇ ਨੇ ਜਾਂ ਉਸ ਕਿਸਮ ਦੀ ਬਿਜਲੀ ਦੀ ਕੰਜ਼ੰਪਸ਼ਨ ਹੈ ਜਿਹੜੀ ਘੱਟ ਹੈ, ਉਹਨਾਂ ਨੂੰ ਅਸੀਂ ਰਾਹਤ ਦਿੱਤੀ ਹੈ। ਜਿਹੜੇ ਵੱਡੇ ਰਹਿ ਗਏ 3 ਲੱਖ ਦੇ ਕਰੀਬ, ਉਹਨਾਂ ਨੂੰ ਆਪਣਾ ਬਿਜਲੀ ਪੂਰੀ ਦੇਣੀ ਪਊ, ਲੇਕਿਨ ਸਾਰੇ ਜਿਹੜੀ ਗਰੀਬ ਜਨਤਾ ਹੈ ਔਰ ਜਿਨ੍ਹਾਂ ਦੇ ਬਿੱਲ ਘੱਟ ਆਉਂਦੇ ਨੇ ਉਹਨਾਂ ਨੂੰ ਅਸੀਂ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਇੰਨਾ ਅਸੀਂ ਦੇ ਸਕੇ ਹਾਂ। ਅਗਲੇ ਸਾਲ ਅਸੀਂ ਹੋਰ ਦੇਖਾਂਗੇ ਇਸ ਨੂੰ ਤਾਂ ਕਿ ਤੁਹਾਨੂੰ ਅਸੀਂ ਹੋਰ ਰਾਹਤ ਦੇ ਸਕੀਏ। ਹੁਣ ਮੈਂ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ ਜਿਹੜੀਆਂ ਕੁਝ ਸਵਾਲ ਤੁਸੀਂ ਮੈਨੂੰ ਕੀਤੇ ਨੇ। ਪਹਿਲਾਂ ਤੁਸੀਂ ਕਿਹਾ ਕਿ ਇੱਥੇ ਹੈ ਮਨਜੀਤ ਸਿੰਘ ਜੀ, ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ। ਵਿਦਿਆਰਥੀਆਂ ਦੇ ਮੇਰੇ ਕੋਲ ਦਸਤਖਤ ਨੇ ਇੱਕ ਪਟੀਸ਼ਨ ਕਿ ਸਾਡੇ ਕੈਂਸਲ ਦੀ ਆਫਲਾਈਨ ਐਗਜ਼ਾਮ ਫॉर द ਬੈਟਰਮੈਂਟ ਆਫ ਪਟਿਆਲਾ। ਮਨਜੀਤ ਸਿੰਘ, ਦੇਖੋ ਇਹ ਸਾਡੀ ਵਾਸਤੇ ਗੱਲ ਨਹੀਂ ਹੈ, ਇਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਕਰਦਾ ਹੈ ਜੋ ਸਕੂਲਾਂ ਤੱਕ ਹੈ। ਜੈਸੇ ਅਸੀਂ ਹੁਣ ਐਗਜ਼ਾਮ ਦੇ ਕਰ ਦਿੱਤੇ 5ਵੀਂ ਜਮਾਤ, 8ਵੀਂ ਜਮਾਤ, 10ਵੀਂ ਜਮਾਤ, ਇਹ ਕਾਲਜ ਦਾ ਨਹੀਂ ਅਸੀਂ ਕਰ ਸਕਦੇ। ਕਾਲਜ ਔਰ ਯੂਨੀਵਰਸਿਟੀਜ਼
ਉਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਫੈਸਲਾ ਕਰਦੀ ਹੈ ਕਿ ਕਦੋਂ ਇਮਤਿਹਾਨ ਹੋਣਗੇ, ਔਰ ਯੂਨੀਵਰਸਿਟੀਆਂ ਨੂੰ ਦੱਸਿਆ ਜਾਂਦਾ ਹੈ। ਹੁਣ ਸਾਡੀ ਜਿਹੜੀ ਯੂਨੀਵਰਸਿਟੀਜ਼ ਦੋਨੋਂ ਨੇ, ਉਹਨਾਂ ਨੇ ਜਿਹੜੇ ਤਾਂ ਫਾਈਨਲ ਐਗਜ਼ਾਮ ਨੇ, ਫਾਈਨਲ 6ਵੇਂ ਟਰਮ ਜਿਹੜੇ ਸੈਮੈਸਟਰ ਹੈ ਤੁਹਾਡਾ, ਉਹ ਤਾਂ ਤੁਹਾਨੂੰ ਕਰਨਾ ਹੀ ਪਊ ਇਮਤਿਹਾਨ। ਉਹ ਤਾਂ ਜੋ ਉਹਨਾਂ ਦਾ ਫੈਸਲਾ ਕਰ ਸਕਦੇ ਆ, ਯੂਨੀਵਰਸਿਟੀ ਜਿੰਨਾ ਹੈਲਪ ਕਰ ਸਕਦੀ ਉਹ ਕਰਨਗੇ। ਲੇਕਿਨ ਜੋ UGC ਨੇ ਕਿਹਾ ਕਿ ਤੁਸੀਂ ਆਪਣੇ ਜੁਲਾਈ ਦੇ ਵਿੱਚ ਤੁਹਾਨੂੰ ਇਮਤਿਹਾਨ ਰੱਖਣੇ ਪੈਣਗੇ। ਲੇਕਿਨ ਜਿਹੜੇ ਦੂਜੇ ਨੇ, ਫਸਟ ਈਅਰ, ਸੈਕੰਡ ਈਅਰ, ਥਰਡ ਈਅਰ ਵਗੈਰਾ, ਫਸਟ ਈਅਰ ਸੈਕੰਡ ਸੈਮੈਸਟਰ ਜਾਂ ਥਰਡ ਸੈਮੈਸਟਰ ਵਗੈਰਾ, ਉੱਥੇ ਯੂਨੀਵਰਸਿਟੀ ਫਰਕ ਪਾ ਸਕਦੀ ਹੈ, ਥੋੜ੍ਹੀ ਦੇਰ ਡਿਲੇ ਕਰ ਸਕਦੀ ਹੈ। ਔਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਸ ਗੱਲ ਨੂੰ ਦੇਖੋ, ਕਿਉਂਕਿ ਬੱਚਿਆਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ, 3 ਮਹੀਨੇ ਤੋਂ ਲੋਕਡਾਊਨ ਰਿਹਾ। ਸੋ ਆਈ ਹੋਪ ਕਿ ਉਹ ਯੂਨੀਵਰਸਿਟੀਜ਼ ਉੱਥੇ ਮਦਦ ਕਰ ਸਕਦੀਆਂ ਨੇ। ਲੇਕਿਨ ਫਾਈਨਲ ਐਗਜ਼ਾਮ ਉਹ ਅਸੀਂ ਨਾ ਯੂਨੀਵਰਸਿਟੀ ਕਰ ਸਕਦੀ ਹੈ, ਨਾ ਪੰਜਾਬ ਗਵਰਨਮੈਂਟ ਕਰ ਸਕਦੀ ਹੈ, ਉਹ ਤੁਹਾਨੂੰ ਹੋਊਗਾ। ਇਹ ਤੁਸੀਂ ਰਹਿਤ ਬਾੜਾ ਮਹਾਲੀ ਤੋਂ ਹਿਮਾਂਸ਼ੂ ਗੁਪਤਾ ਜੀ ਨੇ ਕਿਹਾ ਕਿ ਸਾਡੇ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਜਨਵਰੀ ਤੋਂ। ਹੁਣ ਇਹ ਮੈਂ ਜ਼ਰੂਰ ਉਹਨਾਂ ਨੂੰ ਸਾਡੇ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਹੂੰਗਾ ਕਿ ਚੈੱਕ ਕਰਨ ਗੱਲ ਕੀ ਹੈ। ਲੇਕਿਨ ਜੋ ਪਤਾ ਲੱਗਿਆ ਸਾਨੂੰ ਕਿ ਉਹਨਾਂ ਦੇ ਅੰਦਰੂਨੀ ਕੋਈ ਕੁਛ ਸਮੱਸਿਆਵਾਂ ਨੇ ਯੂਨੀਵਰਸਿਟੀ ਦੇ ਵਿੱਚ। ਫਿਰ ਵੀ ਅਗਰ ਯੂਨੀਵਰਸਿਟੀ ਚੱਲ ਰਹੀ ਹੈ, ਸਾਡੀ ਜ਼ਿੰਮੇਵਾਰੀ ਬਣਦੀ ਹੈ ਨਾ ਵਿਲਾਸ ਦੀ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਜਿਹੜੀ ਹੈ ਕਿ ਤੁਸੀਂ ਇਹਦਾ ਪਤਾ ਕਰੋ ਕਿ ਕਿਉਂ ਸਾਡੇ ਅੱਜ ਦੇਖੋ ਹੁਣ ਆਪਾਂ ਜੂਨ 'ਚ ਪਹੁੰਚ ਕੇ 6 ਮਹੀਨੇ ਤਨਖਾਹ ਨਹੀਂ ਦੇਣੀ, ਇਹ ਗਲਤ ਬਾਤ ਹੈ। ਔਰ ਇਹ ਜ਼ਰੂਰ ਅਸੀਂ ਦੇਖਾਂਗੇ। ਇੱਕ ਤੁਸੀਂ ਮੈਨੂੰ ਪੁੱਛਿਆ ਕਿ ਸਾਡੇ ਏਰੀਆ 'ਚ ਹੁਸ਼ਿਆਰਪੁਰ ਤੋਂ ਹੈ ਗਗਨਦੀਪ ਜੀ ਕਿ ਡੋਮੀਨੋਜ਼ ਦਾ ਰੈਸਟੋਰੈਂਟ 9 ਵਜੇ ਤਾਈਂ ਖੁੱਲ੍ਹਿਆ ਹੈ। ਬਿਲਕੁਲ ਗਲਤ ਹੈ। ਸਾਡਾ 7 ਵਜੇ ਤਾਈਂ ਸੀ ਸਾਡੀ ਕਰਫਿਊ ਵਗੈਰਾ ਬਾਹਰ ਜਾਣ ਦਾ, ਔਰ ਕਰਫਿਊ ਲੱਗ ਜਾਂਦਾ ਸੀ 7 ਵਜੇ। ਉਸ ਤੋਂ ਬਾਅਦ ਅਗਰ ਇਹਨਾਂ ਨੇ 9 ਵਜੇ ਤੱਕ ਖੋਲ੍ਹਿਆ, ਅਸੀਂ ਅੱਜ ਹੀ ਡਿਪਟੀ ਕਮਿਸ਼ਨ ਨੂੰ ਕਹਾਂਗੇ ਚੈੱਕ ਕਰਨ ਔਰ ਉਹਨਾਂ ਨੂੰ ਜੋ ਵੀ ਕਾਨੂੰਨੀ ਅਵਸਥਾ ਦੇ ਮੁਤਾਬਕ ਜੋ ਉਹਨਾਂ ਨੂੰ ਫਾਈਨ ਕਰਨਾ ਹੈ ਫਾਈਨ ਕਰਨ। ਇਹ ਬਿਲਕੁਲ ਗਲਤ ਬਾਤ ਹੈ ਕਿ ਅਗਰ ਤੁਸੀਂ ਤੋੜਨ ਲੱਗ ਜਾਓ ਕਰਫਿਊ ਵਗੈਰਾ, ਫਿਰ ਲਾਉਣ ਦਾ ਫਾਇਦਾ ਕੀ ਹੈ? ਅਸੀਂ ਤਾਂ ਲੋਕਾਂ ਨੂੰ ਬਚਾਉਣਾ ਚਾਹੁੰਦੇ ਹਾਂ ਲਾ ਕੇ, ਔਰ ਇਹੀ ਜਿਹੇ ਲੋਕ ਜਿਹੜੇ ਕਰਦੇ ਨੇ ਇਹ ਬਿਲਕੁਲ ਗਲਤ ਕਰ ਰਹੇ ਨੇ। ਅੱਜ ਮਨਜੀਤ ਸਿੰਘ ਜੀ ਖੋਰ ਨੇ ਪਟਿਆਲੇ ਤੋਂ, ਉਹਨਾਂ ਨੇ ਕਿਹਾ ਕਿ ਮੇਰੇ ਇਲੈਕਸ਼ਨ ਏਜੰਟ ਹੁੰਦੇ ਸੀ 1980 ਦੀ ਇਲੈਕਸ਼ਨ 'ਚ, ਅਤੇ ਮੇਰੀ ਤਬੀਅਤ ਠੀਕ ਨਹੀਂ, ਪਰ ਮੈਂ ਇੱਕ ਵਾਰ ਤੁਹਾਡੇ ਨਾਲ ਚਾਹ ਪੀਣਾ ਚਾਹੁੰਦਾ, ਸ਼ੌਕ ਨਾਲ, ਬੜੇ ਸ਼ੌਕ ਨਾਲ, ਮੈਂ ਆਪ ਪ੍ਰਬੰਧ ਕਰਾਂਗਾ ਕਿ ਅਗਰ ਮੈਂ ਪਟਿਆਲੇ ਆਇਆ ਉੱਥੇ ਮਿਲੀਏ, ਅਗਰ ਤੁਸੀਂ ਆ ਸਕਦੇ ਹੋ ਕਿ ਤੁਹਾਨੂੰ ਅਸੀਂ ਆਪ ਲੈ ਕੇ ਆਵਾਂਗੇ ਉਰੇ, ਔਰ ਉਰੇ ਮੇਰੇ ਕੋਲ ਆ ਕੇ ਤੁਸੀਂ ਚਾਹ ਜ਼ਰੂਰ ਪੀ ਕੇ ਜਾਓ। ਮਨਜੀਤ ਜੀ ਤਕੜੇ ਰਹੋ। ਤੁਸੀਂ ਕਹਿ ਰਹੇ ਹੋ ਕਿ ਮੇਰਾ ਅਖੀਰਲੇ ਦਮ ਤੱਕ ਤੋਂ ਪਹਿਲਾਂ ਮੈਂ ਪੀਣਾ ਚਾਹੁੰਦਾ, ਕਿ ਤੁਸੀਂ ਕਿਤੇ ਨਹੀਂ ਜਾਣਾ, ਹਾਲੇ ਸਾਡੇ ਕੋਲ ਹੀ ਰਹਿਣਾ। ਆਪਾਂ ਸਾਰੇ ਇਕੱਠੇ ਹੀ ਇੱਥੇ ਲੜਾਈ ਲੜਨੀਆਂ ਨੇ ਬਹੁਤ ਹਾਲੇ ਅੱਗੇ। ਪਹਿਲਾਂ ਤੁਸੀਂ ਮੇਰੇ ਇਲੈਕਸ਼ਨ ਏਜੰਟ ਸੀ 1980 'ਚ, ਹੁਣ ਦੇਖ ਲਓ ਕਿੰਨੇ ਸਾਲ ਹੋ ਗਏ। ਤਕੜੇ ਰਹਿਣਾ ਔਰ ਮਿਲਾਂਗੇ ਜ਼ਰੂਰ, ਬਟ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ ਸੀ। ਤੁਸੀਂ ਫਿਰ ਮੈਨੂੰ ਪੁੱਛਿਆ ਇਹ ਮਹਾਰਾਸ਼ਟਰ ਵਗੈਰਾ, ਇਹ ਪੁੱਛਿਆ ਮੈਨੂੰ ਗੁਰਲੀਨ ਕੌਰ ਜੀ ਲੁਧਿਆਣੇ ਦੇ, ਨਾਲੇ ਸੰਜੇ ਸ਼ਰਮਾ ਜੀ ਬਠਿੰਡੇ, ਔਰ ਇੱਕ ਬਿਕਰਮਜੀਤ ਸਿੰਘ ਬਹਿਲਾ ਮਾਨਸਾ ਤੋਂ। ਇੱਕੋ ਹੀ ਤਕਰੀਬਨ ਕਿਸਮ ਦੇ ਸਵਾਲ ਨੇ, ਮੈਂ ਤੁਹਾਨੂੰ ਦੱਸ ਦਿੰਦਾ। ਤੁਸੀਂ ਪੁੱਛਿਆ ਕਿ ਕੀ ਪ੍ਰਬੰਧ ਤੁਸੀਂ ਕੀਤੇ ਨੇ ਜਾਂ ਕੋਵਿਡ ਅਗਰ ਫੈਲ ਜੇ, ਐਂਡ ਹਿੰਦੁਸਤਾਨ ਦੇ ਵਿੱਚ 1 ਲੱਖ ਤੋਂ 2 ਲੱਖ ਕਰੋਨਾ ਪੇਸ਼ੈਂਟਸ ਹੋ ਗਏ ਨੇ 15 ਦਿਨ 'ਚ, ਤੁਹਾਡਾ ਕੀ ਪਲਾਨ ਹੈ ਅੱਗੇ ਵਾਸਤੇ? ਰੋਡ ਮੈਪ ਟੂ ਡੀਲ ਵਿਦ ਕਰੋਨਾ ਪੈਂਡੈਮਿਕ ਇਹ ਹੈ ਬਿਕਰਮਜੀਤ ਬਹਿਲਾ ਨੇ। ਦੇਖੋ ਗੱਲ ਇਹ ਹੈ, ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਕੰਟਰੋਲ ਨੇ ਇਸ ਵੇਲੇ। ਸਾਡਾ ਸਿਚੁਏਸ਼ਨ ਇਹ ਹੈ ਅੱਜ ਦੇ ਦਿਨ ਕਿ ਟੋਟਲ ਸਾਡੇ ਕੇਸਿਸ ਅੱਜ ਤੱਕ 2461 ਨੇ, ਉਹਦੇ ਵਿੱਚੋਂ 5 ਜੂਨ ਨੂੰ 46 ਬੰਦਿਆਂ ਨੂੰ ਇਹ ਕੋਵਿਡ ਹੋਇਆ। ਅੱਛੇ ਮੌਤਾਂ ਸਾਡੀਆਂ ਅਫਸੋਸ ਹੈ ਸਾਨੂੰ ਕਹਿੰਦੇ, ਲੇਕਿਨ 48 ਮੌਤਾਂ ਹੋਈਆਂ ਨੇ, ਇੱਕ ਸੀ ਕੱਲ੍ਹ। ਔਰ ਸਾਡੇ ਸੈਂਪਲ ਬੜੇ ਲਿੱਤੇ ਗਏ ਨੇ, 1,13,000 ਲਿੱਤੇ ਗਏ ਨੇ, ਔਰ ਜਿਹੜੇ ਸੈਂਪਲ ਪੋਜ਼ੀਟਿਵ ਹੋਏ ਨੇ ਉਹ ਟੋਟਲ 2461, ਕੱਲ੍ਹ 46, ਔਰ ਪੇਸ਼ੈਂਟਸ ਜਿਹੜੇ ਰਿਕਵਰ ਹੋਏ ਨੇ, ਇਹ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। 2070 ਸਾਡੇ ਪੇਸ਼ੈਂਟ ਰਿਕਵਰ ਹੋਏ ਨੇ, ਕੱਲ੍ਹ 26 ਵਾਪਸ ਆਪਣੇ ਘਰਾਂ 'ਚ ਗਏ ਨੇ, ਔਰ ਪੇਸ਼ੈਂਟ ਐਡਮਿਟਡ ਟੂ ਆਈਸੋਲੇਸ਼ਨ ਫੈਸਿਲਿਟੀਜ਼ ਕੱਲ੍ਹ 47, ਟੋਟਲ ਸਿਰਫ 438, ਔਰ ਹਾਈ ਡਿਪੈਂਡੈਂਸੀ ਯੂਨਿਟ ਜਿਹੜੀ ਆਕਸੀਜਨ ਨਾਲ ਉਹ 3, ਔਰ ਵੈਂਟੀਲੇਟਰ ਸਪੋਰਟ 'ਤੇ ਵੀ
ਕੱਲ ਇੱਕ, ਕੱਲ ਆਕਸੀਜਨ ਦਾ ਕੋਈ ਨਹੀਂ ਸੀ। ਟੋਟਲ ਸਾਡੇ ਪੰਜਾਬ ਦੇ ਵਿੱਚ 3 ਹੋਏ ਨੇ ਔਨ ਹਾਈ ਡਿਪੈਂਡੈਂਸੀ ਯੂਨਿਟ ਔਰ 3 ਵੈਂਟੀਲੇਟਰ ਸਪੋਰਟ ਕਿਊਮੂਲੇਟਿਵ, ਔਰ ਕੱਲ ਸਿਰਫ ਇੱਕ ਸੀ। ਹੁਣ ਇਹਦੇ ਬਾਵਜੂਦ ਕਿ ਬੜੀ ਅੱਛੀ ਤਰ੍ਹਾਂ ਕੰਟਰੋਲ ਹੋ ਰਿਹਾ ਸਾਰਾ ਮੈਡੀਕਲ ਤੌਰ 'ਤੇ, ਅਸੀਂ ਕੋਈ ਕਸਰ ਨਹੀਂ ਛੱਡ ਰਹੀ। ਹੁਣ ਪਹਿਲੇ ਸਟੇਜ ਵਿੱਚ 4248 ਸਾਡੇ ਕੋਲ ਬੈਡਸ ਨੇ। ਐਡੀਸ਼ਨਲ ਬੈਡਸ ਅਸੀਂ ਇਸ ਤੋਂ ਇਲਾਵਾ 2014 ਹੋਰ ਅਸੀਂ ਕਿਹਾ, ਤਾਂ 6000 ਤੋਂ ਉੱਪਰ ਸਾਡੇ ਕੋਲ 6250 ਦੇ ਕਰੀਬ ਸਾਡੇ ਬੈਡਸ ਹੋ ਜਾਣਗੇ। ਇਹ ਪਬਲਿਕ ਸੈਕਟਰ ਸਾਰੀ ਗਵਰਨਮੈਂਟ ਹਸਪੀਟਲ 'ਚ। ਪ੍ਰਾਈਵੇਟ ਸੈਕਟਰ ਦੇ ਵਿੱਚ 950, ਔਰ ਟੋਟਲ ਸਾਡੇ ਆਈਸੋਲੇਸ਼ਨ ਸੈਂਟਰਸ ਜੋ ਆਈਡੈਂਟੀਫਾਈ ਕੀਤੇ ਨੇ ਕਿ ਅਗਰ ਕ੍ਰਾਈਸਿਸ ਵੱਧ ਜੇ ਤਾਂ 52 ਤਾਂ ਗਵਰਨਮੈਂਟ ਦੇ ਵਿੱਚ, 52 ਔਰ 195 ਪ੍ਰਾਈਵੇਟ ਏਰੀਆਜ਼। ਸੋ ਅਸੀਂ ਇਹਨਾਂ ਤਾਂ ਬੈਡਸ ਦਾ ਅਸੀਂ ਪ੍ਰਬੰਧ ਕੀਤਾ ਹੈ ਕਿ ਅਗਰ ਫੈਲ ਜੇ ਤਾਂ ਕਿਸ ਤਰੀਕੇ ਨਾਲ ਅਸੀਂ ਇਹਨੂੰ ਸੰਭਾਲ ਕਰਾਂਗੇ। ਇਸ ਤੋਂ ਇਲਾਵਾ ਵੈਂਟੀਲੇਟਰਸ ਸਾਡੇ ਕੋਲ 554 ਨੇ, ਔਰ ਅੱਜ ਸਿਰਫ ਵੈਂਟੀਲੇਟਰ 'ਤੇ ਇੱਕ ਪੇਸ਼ੈਂਟ ਹੈ। ਤਾਂ ਤੁਸੀਂ ਆਪ ਸਮਝ ਲਓ ਕਿ ਸਾਡੇ ਕੋਲ ਰਿਜ਼ਰਵ ਬਹੁਤ ਨੇ ਇਸ ਕੰਮ ਦਾ। ਜਿਹੜੇ N95 ਮਾਸਕਸ ਨੇ ਉਹ 4,88,000 ਸਾਡੇ ਸਟਾਕ 'ਚ ਨੇ। ਜਿੱਥੇ ਟ੍ਰਿਪਲ ਲੇਅਰ ਮਾਸਕ ਨੇ ਉਹ 64 ਲੱਖ ਸਾਡੇ ਕੋਲ ਸਟਾਕ 'ਚ ਨੇ। PPE ਕਿਟਸ 2,28,000 ਸਾਡੇ ਸਟਾਕ 'ਚ ਨੇ। ਇਹ ਇਹਨਾਂ ਹਸਪੀਟਲਾਂ ਨੂੰ ਦੇਣ ਤੋਂ ਬਾਅਦ ਔਰ ਹਸਪੀਟਲ ਦੇ ਰਿਜ਼ਰਵ ਤੋਂ ਬਾਅਦ ਜੋ ਸਰਕਾਰ ਦੇ ਹੈਲਥ ਡਿਪਾਰਟਮੈਂਟ ਦੇ ਕੋਲ ਹੈ, ਉਹਦਾ ਜ਼ਿਕਰ ਮੈਂ ਤੁਹਾਨੂੰ ਕਰ ਰਿਹਾ। ਔਰ ਆਕਸੀਜਨ ਸਿਲੰਡਰਸ ਸਿਰਫ ਮੈਂ ਤੁਹਾਨੂੰ ਦੱਸਿਆ ਤਿੰਨ ਬੰਦੇ ਆਕਸੀਜਨ 'ਤੇ ਰਹੇ ਨੇ, ਅਤੇ ਸਾਡੇ ਕੋਲ 2223 ਸਾਡੇ ਕੋਲ ਸਿਲੰਡਰਸ ਇਸ ਵੇਲੇ ਅਵੇਲੇਬਲ ਹੈ। ਸੋ ਸਾਡੇ ਕੋਲ ਸਪੋਰਟ ਬਹੁਤ ਅਸੀਂ ਐਡਵਾਂਸ ਰੱਖੀ ਹੈ ਕਿ ਅਗਰ ਕੋਈ ਇਹੋ ਜਿਹੀ ਗੱਲ ਹੋ ਜੇ ਤਾਂ ਸਾਡੇ ਕੋਲ ਸਾਰਾ ਪ੍ਰਬੰਧ ਸਾਡੇ ਕੋਲ ਹੋਣਾ ਚਾਹੀਦਾ, ਔਰ ਸਾਰਾ ਅਸੀਂ ਤਿਆਰ ਰੱਖਿਆ। ਲੇਕਿਨ ਇਹ ਹੋਣ ਨਹੀਂ ਦੇਣਾ, ਔਰ ਉਹ ਤੁਹਾਡੇ ਹੱਥ 'ਚ ਹੈ। ਅਗਰ ਤੁਸੀਂ ਮੇਰੀ ਗੱਲਾਂ ਮੰਨੋਗੇ ਤਾਂ ਆਹ ਕੰਮ ਜਿਹੜਾ ਹੈ ਇਹ ਸਟੋਰ 'ਚ ਹੀ ਰਵੇ ਤਾਂ ਇੱਥੇ ਚੰਗਾ। ਸਾਨੂੰ ਲੋੜ ਨਹੀਂ ਆਪਣੇ ਲੋਕਾਂ ਵਾਸਤੇ, ਆਪਾਂ ਲੋਕਾਂ ਦੀ ਜਾਨਾਂ ਬਚਾਉਣੀਆਂ ਨੇ, ਔਰ ਜਾਨਾਂ ਬਚਾਵਾਂਗੇ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ। ਮੇਰਾ ਕੰਮ ਨਹੀਂ, ਇਹ ਡਾਕਟਰ ਦੱਸਦੇ ਨੇ, ਔਰ ਡਾਕਟਰਾਂ ਦੀ ਆਪਾਂ ਨੂੰ ਇਹ ਗੱਲ, ਇਹ ਬਿਮਾਰੀ ਹੈ, ਔਰ ਡਾਕਟਰਾਂ ਦੀ ਗੱਲ ਆਪਾਂ ਨੂੰ ਸੁਣਨੀ ਚਾਹੀਦੀ ਹੈ। ਅਤੇ ਯਾਦ ਰੱਖੋ, ਇੱਕ ਵਾਰ ਫਿਰ ਮੈਂ ਕਹਿਣਾ ਤੁਹਾਨੂੰ, ਤੁਸੀਂ ਸੋਸ਼ਲ ਡਿਸਟੈਂਸਿੰਗ ਰੱਖੋ, ਮਾਸਕ ਪਾਓ, ਮਾਸਕ ਬਗੈਰ ਬਾਹਰ ਨਹੀਂ ਜਾਣਾ, ਥੁੱਕਣਾ ਨਹੀਂ ਬਿਲਕੁਲ ਬਾਹਰ, ਔਰ ਤੁਸੀਂ ਆਪਣੇ ਬਿਲਕੁਲ ਇਹਤਿਆਤ ਨਾਲ ਤੁਸੀਂ ਆਪਣਾ ਸਾਰਾ ਸੰਭਾਲ ਕਰੋ। ਤਾਂ ਆਪਾਂ ਨੂੰ ਇਹ ਚੀਜ਼ਾਂ ਦੀ ਆਪਾਂ ਨੂੰ ਲੋੜ ਨਹੀਂ, ਔਰ ਮੈਂ ਵਰਤਣਾ ਨਹੀਂ ਚਾਹੁੰਦਾ। ਮੈਂ ਆਪਣੇ ਬੰਦਿਆਂ ਦੀ ਸਿਹਤ ਨੂੰ ਠੀਕ ਰੱਖਣਾ ਚਾਹੁੰਦਾ, ਔਰ ਉਹ ਹੁਣ ਤੁਹਾਡੇ ਹੱਥ ਹੈ। ਔਰ ਕੋਈ ਸਪੋਰਟ ਮੈਂ ਕਰ ਸਕਦਾ, ਕਦੇ ਮੇਰੀ ਲੋੜ ਪਵੇ ਤੁਸੀਂ ਮੈਨੂੰ ਜ਼ਰੂਰ ਦੱਸਣਾ ਇਸ ਬਾਰੇ। ਤੁਸੀਂ ਕਿਹਾ ਹੈ ਕਿ ਕੋਵਿਡ-19 ਕਰਕੇ ਇੱਕ ਮੌਕਾ ਮਿਲਿਆ ਕਿ ਆਪਾਂ ਅਰਬਨ ਡਿਵੈਲਪਮੈਂਟ ਤਾਂ ਚੱਲਦੀ ਰਹਿੰਦੀ ਹੈ, ਕੋਵਿਡ ਦੇ ਨਾਲ ਕੋਈ ਕਨੈਕਸ਼ਨ ਨਹੀਂ ਇਹਦਾ। ਅਸੀਂ ਜ਼ਰੂਰ ਜਿੱਥੇ ਜਿੱਥੇ ਡਿਵੈਲਪਮੈਂਟ ਦੀ ਲੋੜ ਹੈ, ਵੀ ਆਰ ਡੂਇੰਗ, ਜੋ ਸਾਡੇ ਰਿਸੋਰਸਿਸ ਦੇ ਵਿੱਚ ਅਸੀਂ ਕਰ ਸਕਦੇ ਹਾਂ ਅਸੀਂ ਟੋਟਲ ਕਰਾਂਗੇ। ਐਂਡ ਤੁਸੀਂ ਇਹ ਵੀ ਇੱਕ ਪੁੱਛਿਆ ਕਿ ਬੱਚੇ ਸਾਰੇ ਸਾਈਕਲ, ਡੈਡੀਕੇਟਡ ਸਾਈਕਲ ਟਰੈਕਸ ਦਾ ਕੋਈ ਪ੍ਰਬੰਧ ਕਰੋ ਤਾਂ ਕਿ ਬੱਚੇ ਆਪਣੀ ਸਾਈਕਲਿੰਗ ਵਗੈਰਾ ਕਰ ਸਕਣ। ਇਟਸ ਅ ਗੁੱਡ ਸੁਜੈਸ਼ਨ। ਇਹ ਮੈਂ ਜ਼ਰੂਰ ਇਹਦਾ ਅਸੀਂ ਸਪੋਰਟਸ ਡਿਪਾਰਟਮੈਂਟ ਨੂੰ ਕਹਾਂਗੇ ਕਿ ਕਿਤੇ ਆਈਡੈਂਟੀਫਾਈ ਕਰਨ ਤਾਂ ਕਿ ਅਸੀਂ ਇਸ ਨੂੰ ਬਣਵਾ ਸਕੀਏ। ਫਿਰ ਤੁਸੀਂ ਪੁੱਛਿਆ ਕਿ ਹੁਣ ਲੇਬਰ ਆਪਣੀ ਚਲੀ ਗਈ ਔਰ ਅਸੀਂ ਕੈਸੇ ਹੁਣ ਇਸ ਨੂੰ ਆਪਣੀ ਝੋਨੇ 'ਤੇ ਬੜਾ ਅਸਰ ਪੈਣਾ। ਇਹ ਝੋਨੇ 'ਤੇ ਕੋਈ ਅਸਰ ਨਹੀਂ ਪੈਣਾ। ਨੰਬਰ 1, ਦੇਖੋ ਜ਼ਮਾਨੇ ਦੇ ਨਾਲ, ਟਾਈਮ ਦੇ ਨਾਲ ਨਵੇਂ ਢੰਗ ਵੀ ਨਿਕਲਣੇ ਨੇ। ਹੁਣ ਆਪਣੇ ਆਪ ਹੀ ਕਿਸਾਨਾਂ ਨੇ ਸੋਚਿਆ ਕਿ ਲੇਬਰ ਨਹੀਂ ਮਿਲ ਰਹੀ ਅਤੇ ਡਾਇਰੈਕਟ ਸੋਇੰਗ 'ਤੇ ਪੈ ਗਏ। ਹੁਣ ਤੁਸੀਂ ਕੁਛ ਪੁੱਛ ਰਹੇ ਹੋ ਕਿ ਡਾਇਰੈਕਟ ਸੋਇੰਗ ਦਾ ਕੋਈ ਯੂਨੀਵਰਸਿਟੀ ਨੇ ਨਹੀਂ ਕੁਝ ਦੱਸਿਆ, ਲੇਕਿਨ ਸਾਡੀ ਯੂਨੀਵਰਸਿਟੀ, ਸਾਡਾ ਐਗਰੀਕਲਚਰ ਮਹਿਕਮਾ ਇਹਨਾਂ ਦੇ ਨਾਲ ਹੈ ਇਸ ਕੰਮ 'ਚ, ਔਰ ਉਹ ਦੱਸਦੇ ਨੇ ਕਿ ਕੈਸੇ ਕਰਨਾ, ਕੈਸੇ ਨਹੀਂ ਕਰਨਾ। ਔਰ ਹੋਰ ਇਹ ਇੱਥੇ ਹੀ ਨਹੀਂ, ਹੋਰ ਮੁਲਕ ਨੇ ਦੁਨੀਆ ਦੇ ਵਿੱਚ ਜਿੱਥੇ ਝੋਨਾ ਹੁੰਦਾ ਹੈ, ਜਿੱਥੇ ਡਾਇਰੈਕਟ ਸੋਇੰਗ ਹੁੰਦੀ ਹੈ। ਤੋ ਇਹ ਤਾਂ ਇਸ ਵੇਲੇ ਤੱਕ ਤਾਂ ਲੇਬਰ ਅਵੇਲੇਬਲ ਹੁੰਦੀ ਸੀ, ਲੋਕਾਂ ਦੇ ਕੋਲ ਲੇਬਰ ਹੁੰਦੀ ਸੀ ਤਾਂ ਲੋਕ ਆਪਣੀ ਟਰਾਂਸਪਲਾਂਟੇਸ਼ਨ ਕਰਦੇ ਸੀ ਪਹਿਲਾਂ ਨਰਸਰੀ ਲਾ ਕੇ। ਹੁਣ ਜਦੋਂ ਨਹੀਂ ਰਹੀ ਇੰਨੀ ਤਾਂ ਉਹਨਾਂ ਨੇ ਆਪਣੇ ਆਪ ਸੋਚਿਆ ਲੇਬਰ ਤਾਂ ਆ ਰਹੀ ਹੈ। ਇੱਕ ਗੱਲ ਤੁਸੀਂ ਸਮਝ ਲਓ ਕਿ ਬਹੁਤ ਲੇਬਰ ਵਾਪਸ ਆ ਰਹੀ ਹੈ। ਮੇਰੇ ਟੈਲੀਫੋਨ 'ਤੇ ਇਹਦੇ 'ਤੇ ਮੈਨੂੰ ਡੇਲੀ ਕਹਿੰਦੇ ਨੇ ਸਾਨੂੰ ਟ੍ਰੇਨ ਭੇਜੋ ਔਰ ਸਾਨੂੰ ਲੈ ਕੇ ਆਓ, ਲੇਕਿਨ ਮੈਂ ਤਾਂ ਟ੍ਰੇਨ ਭੇਜ ਕੇ, ਅਸੀਂ ਤਾਂ 400 ਟ੍ਰੇਨਾਂ ਭੇਜੀਆਂ ਨੇ ਔਰ ਉਹਨਾਂ ਨੂੰ ਭਜਾਇਆ ਆਪਣੇ ਘਰ। ਹੁਣ ਉੱਥੇ ਜਾ ਕੇ ਹੁਣ ਵਾਪਸ ਆਉਣਾ ਚਾਹੁੰਦੇ ਨੇ, ਉਹਨਾਂ ਵਾਸਤੇ ਟ੍ਰੇਨ ਤਾਂ ਨਹੀਂ ਅਸੀਂ ਪਹੁੰਚ ਸਕਦੇ, ਲੇਕਿਨ ਸਾਨੂੰ ਪਤਾ ਲੱਗਿਆ ਇੰਡਸਟਰੀਅਲਿਸਟ ਵੀ ਉੱਥੇ ਜਾ ਰਹੇ ਨੇ, ਐਗਰੀਕਲਚਰ ਵੀ ਜਾ ਰਹੇ ਨੇ ਔਰ ਆਪਣੇ ਆਪ ਲੇਬਰ ਨੂੰ ਉੱਥੋਂ ਲੈ ਕੇ ਆ ਰਹੇ ਨੇ।
ਇਸ ਤੋਂ ਇਲਾਵਾ ਸਾਡੀ ਲੇਬਰ ਹੈ ਕਿੰਨੀ? ਜਿਹੜੀ ਸਾਡੀ ਮਾਈਗਰੈਂਟ ਲੇਬਰ ਸੀ ਤਕਰੀਬਨ 13 ਲੱਖ ਦੇ ਕਰੀਬ ਸਾਡੇ ਕੋਲ ਮਾਈਗਰੈਂਟ ਲੇਬਰ ਸੀ, ਉਹਦੇ ਵਿੱਚੋਂ ਸਿਰਫ 5 ਲੱਖ ਗਈ ਹੈ। ਸੋ ਅੱਜ ਕੋਲ 9 ਲੱਖ 8 ਲੱਖ ਔਰ 9 ਲੱਖ ਦੇ ਦਰਮਿਆਨ ਤੇ ਲੇਬਰ ਸਾਡੇ ਕੋਲ ਹੈ। ਅੱਜ ਹੁਣ ਫੈਕਟਰੀਆਂ ਜਿਹੜੀਆਂ ਚੱਲ ਰਹੀਆਂ ਨੇ ਸਾਡੇ ਪੰਜਾਬ ਦੇ ਵਿੱਚ 2,56,000 ਸਾਡੀਆਂ ਫੈਕਟਰੀਆਂ ਨੇ ਔਰ 15 ਲੱਖ ਲੇਬਰ ਉਹਦੇ ਵਿੱਚ ਲੱਗੀ ਹੋਈ ਹੈ ਇਸ ਵੇਲੇ। ਉਹ ਕਿੱਥੋਂ ਆਈ ਹੈ? ਉਹੀ ਲੇਬਰ ਹੈ। ਤੋ ਇਹ ਲੇਬਰ ਜਿਹੜੀ ਨਹੀਂ ਗਈ ਉਹ ਹੁਣ ਆਪਣੇ ਕੰਮਾਂ 'ਚ ਲੱਗ ਗਈ ਤਾਂ ਹੁਣ ਉਹ ਠੀਕ ਹੋਣਗੇ। ਔਰ ਤੁਹਾਨੂੰ ਐਗਰੀਕਲਚਰ ਵਾਸਤੇ ਵੀ ਤੁਸੀਂ ਦੇਖ ਲੈਣਾ ਤੁਹਾਨੂੰ ਲੇਬਰ ਮਿਲੇਗੀ, ਕਿਉਂਕਿ ਸਿਰਫ ਮਾਈਗਰੈਂਟ ਲੇਬਰ ਨਹੀਂ, ਸਾਡੇ ਕੋਲ ਆਪਣੀ ਲੇਬਰ ਵੀ ਹੈ ਜੋ ਸਾਡੇ ਗਰੀਬ ਵਾਸਤੇ ਨੇ ਉਰੇ ਵਗੈਰਾ ਜੋ ਕੰਮ ਕਰਦੇ ਨੇ, ਜੋ ਝੋਨੇ ਦੀ ਬਿਜਾਈ ਕਰਦੇ ਨੇ ਜਾਂ ਕਣਕ ਦੀ ਵਾਢੀ ਕਰਦੇ ਨੇ ਜਾਂ ਝੋਨੇ ਦੀ ਵਾਢੀ ਕਰਦੇ ਨੇ, ਉਹ ਸਾਰੇ ਸਾਡੇ ਕੋਲ ਇਸ ਵੇਲੇ ਹੈ। ਸੋ ਇਹਦੇ ਮੈਨੂੰ ਇਸ ਦਾ ਜਿਹੜਾ ਤੁਸੀਂ ਸਮਝਦੇ ਹੋ ਕਿ ਬੜਾ ਖਤਰਾ ਹੈ, ਇਹਦੇ ਦਾ ਮੈਨੂੰ ਕੋਈ ਖਤਰਾ ਨਹੀਂ ਲੱਗਦਾ। ਡਾਇਰੈਕਟ ਸੋਇੰਗ ਕਰੋ, ਇਹ ਵਧੀਆ ਕੰਮ ਹੈ। ਨਹੀਂ ਤੁਹਾਨੂੰ ਲੇਬਰ ਜ਼ਰੂਰ ਮਿਲ ਜਾਏਗੀ ਐਂਡ ਮੇਰਾ ਖਿਆਲ ਤੁਹਾਨੂੰ ਵਰੀ ਕਰਨ ਦੀ ਐਸੀ ਲੋੜ ਨਹੀਂ ਹੈ। ਸਮਾਰਟ ਕਾਰਡ ਦੀ ਗੱਲ ਤੁਸੀਂ ਇਹ ਕਹੀ ਹੈ ਕਿ 3 ਸਾਲ ਤੋਂ ਰਾਸ਼ਨ ਦੇ ਸਮਾਰਟ ਕਾਰਡ ਸਾਨੂੰ ਨਹੀਂ ਮਿਲੇ। ਇਹ ਮੈਂ ਮਿਨਿਸਟਰ ਸਾਹਿਬ ਨੂੰ ਕਹਿ ਚੁੱਕੇ ਹਾਂ। ਅਸੀਂ ਜਿੱਥੇ ਜਿੱਥੇ ਤੁਹਾਡੇ ਨਹੀਂ ਮਿਲ ਰਹੇ ਤਾਂ ਆਸ਼ੂ ਜੀ ਜੋ ਸਾਡੇ ਮਿਨਿਸਟਰ ਨੇ ਉਹ ਇਹਨਾਂ ਦਾ ਪ੍ਰਬੰਧ ਕਰ ਰਹੇ ਨੇ ਕਿ ਕਿਤੇ ਕੋਈ ਰਹਿ ਗਿਆ ਬੰਦਾ ਉਹਨੂੰ ਡਿਪਟੀ ਕਮਿਸ਼ਨਰ ਨੂੰ ਔਰ ਆਪਣੇ ਮਹਿਕਮੇ ਨੂੰ ਕਰਕੇ ਉਹਨਾਂ ਦੇ ਕਾਰਡ ਅਸੀਂ ਬਣਵਾ ਰਹੇ ਹਾਂ ਤਾਂ ਕਿ ਕਿਸੇ ਨੂੰ ਇਹਦੀ ਘਾਟ ਨਾ ਮਹਿਸੂਸ ਹੋਵੇ। ਸਰ ਤੁਸੀਂ ਮੈਨੂੰ ਪੁੱਛਿਆ ਫਿਰ ਕਿ ਤੁਸੀਂ ਇਹ ਜਿਹੜੇ ਬੰਦੇ ਮਾਸਕ ਨਹੀਂ ਪਾਉਂਦੇ ਅਤੇ ਆਪਣਾ ਡਿਸਟੈਂਸਿੰਗ ਨੋਰਮਸ ਵਗੈਰਾ ਨਹੀਂ, ਮਨੀਸ਼ ਨੇ ਮੋਹਾਲੀ ਤੋਂ, ਕਿ ਤੁਸੀਂ ਕੀ ਇਹਨਾਂ 'ਤੇ ਚਲਾਨ ਕਰ ਰਹੇ? ਅਸੀਂ ਕਰ ਰਹੇ ਚਲਾਨ। ਮੈਂ ਤੁਹਾਨੂੰ ਹੁਣੀ ਤਾਂ ਦੱਸਿਆ 4,600 ਬੰਦਿਆਂ ਦਾ ਇੱਕ ਦਿਨ 'ਚ ਕੱਲ੍ਹ ਦੇ ਦਿਨ ਚਲਾਨ ਹੋਇਆ ਕਿ ਮਾਸਕ ਨਹੀਂ ਪਾਇਆ ਔਰ 160 ਬੰਦੇ ਨੇ ਜਿਨ੍ਹਾਂ ਨੇ ਥੁੱਕਿਆ ਉਹਨਾਂ 'ਤੇ ਉੱਥੇ ਵੀ ਚਲਾਨ ਹੋਇਆ। ਔਰ ਤੀਸਰਾ ਜੋ ਸੋਸ਼ਲ ਡਿਸਟੈਂਸ ਨਹੀਂ ਮਨਾ ਰਹੇ ਉਹ ਵੀ ਕੁਛ ਲੋਕ ਸੇ ਚਲਾਨ ਹੋ ਰਿਹਾ। ਤਾਂ ਚਲਾਨ ਹੋ ਰਹੇ ਨੇ, ਪਰ ਚਲਾਨ ਤੁਸੀਂ ਇਸ ਨੌਬਤ ਵਿੱਚ ਆਉਂਦੇ ਕਿਉਂ? ਚਲਾਨ ਕਿਉਂ? ਤੁਸੀਂ ਮਾਸਕ ਪਾ ਲਓ ਔਰ ਮਾਸਕ ਨਾਲ ਤੁਸੀਂ ਵੀ ਬਚੋਗੇ, ਲੋਕਾਂ 'ਤੇ ਵੀ ਕੋਈ ਬਿਮਾਰੀ ਨਹੀਂ ਜਾਣੀ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਪਣੇ ਆਪ ਕਰਨੀਆਂ ਚਾਹੀਦੀਆਂ ਨੇ ਔਰ ਇਹ ਨੌਬਤ ਆਉਣੀ ਨਹੀਂ ਚਾਹੀਦੀ ਆਪਣੇ 'ਤੇ। ਪਰ ਔਰ ਇਹ ਦੇਖਣ ਵਾਸਤੇ ਕਿ ਜਿਹੜੇ ਲੋਕ ਕਾਨੂੰਨ ਨਹੀਂ ਮੰਨਦੇ ਫਿਰ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ। ਫਿਰ ਪੁਲਿਸ ਨੂੰ ਕਿਹਾ ਹੋਇਆ ਕਿ ਇਸ 'ਤੇ ਤੁਹਾਨੂੰ ਚਲਾਨ ਕਰਨੇ ਪੈਣਗੇ ਔਰ ਇੱਕ ਦਿਨ 'ਚ 4600 ਕੋਈ ਛੋਟੀ ਗੱਲ ਨਹੀਂ ਹੈ ਕਿ ਪੰਜਾਬ ਦੇ ਵਿੱਚ ਇੰਨੇ ਲੋਕਾਂ ਦੀ ਇੱਥੇ ਇਹ ਹੋਇਆ। ਤੁਸੀਂ ਫਿਰ ਕਿਹਾ ਕਿ ਕੁਛ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਕਰੋਨਾ ਪੇਸ਼ੈਂਟਸ ਵਾਸਤੇ ਬਹੁਤ ਜ਼ਿਆਦਾ ਇਹ ਪੈਸੇ ਲੈਂਦੇ ਨੇ। ਦੇਖੋ ਇਹ ਹੋਣਾ ਨਹੀਂ ਚਾਹੀਦਾ। ਦੈਰ ਇਹ ਪ੍ਰਾਈਵੇਟ ਹਸਪੀਟਲ ਸੇ ਵੀ ਮੈਂ ਮੈਡੀਕਲ ਡਿਪਾਰਟਮੈਂਟ ਨੂੰ ਪੁੱਛਾਂਗਾ ਕਿ ਉਹਨਾਂ ਦੇ ਜਾ ਕੇ ਪਤਾ ਕਰਨ ਕਿ ਕੀ ਗੱਲ ਬਣ ਰਹੀ ਹੈ, ਕਿਉਂ ਇੱਥੇ ਚਾਰਜ ਹੋ ਰਹੇ ਹਨ। ਲੇਕਿਨ ਸਾਡੇ ਹਸਪੀਟਲਾਂ ਚਾਹੋ ਮੈਂ ਤੁਹਾਨੂੰ ਸਾਰੇ ਆંકੜੇ ਤਾਂ ਹੁਣ ਦੱਸੇ ਨੇ। ਟੌਪ ਕਲਾਸ ਅਸੀਂ ਹਸਪੀਟਲ ਬਣਾ ਲਏ ਸਾਡੇ ਇਸ ਕਰੋਨਾ ਵਾਸਤੇ। ਸਭ ਕੁਝ ਤੁਹਾਡੇ ਕੋਲ ਹੈ, ਸਭ ਡਾਕਟਰਸ ਉੱਥੇ ਨੇ, ਸਭ ਨਰਸਿਸ ਉੱਥੇ ਨੇ, ਸਭ ਕੁਝ ਹੈ। ਉੱਥੇ ਜਾਓ ਔਰ ਉੱਥੇ ਤੁਸੀਂ ਉੱਥੋਂ ਹੀ ਤਾਂ ਨਿਕਲੇ ਨੇ ਜਿਹੜੇ ਇੰਨੇ ਬੰਦੇ ਹੁਣ ਆਪਣੇ ਘਰਾਂ 'ਚ ਵਾਪਸ ਗਏ ਨੇ 85%। ਉਹ ਕਿੱਥੋਂ ਗਏ ਨੇ? ਗਵਰਨਮੈਂਟ ਹਸਪੀਟਲ 'ਚੋਂ ਹੀ ਗਏ ਨੇ। ਤਾਂ ਤੁਸੀਂ ਆਪਣਾ ਇਲਾਜ ਉੱਥੇ ਕਰਵਾ ਲਓ ਅਗਰ ਇੱਥੇ ਕੋਈ ਤੁਹਾਨੂੰ ਮਹਿਸੂਸ ਹੁੰਦਾ ਹੈ। ਲੇਕਿਨ ਇਸ ਦੇ ਬਾਵਜੂਦ ਮੈਂ ਜ਼ਰੂਰ ਹੈਲਥ ਨੂੰ ਕਹਾਂਗਾ ਕਿ ਇਹਨਾਂ ਦੇ ਚੈੱਕ ਕਰਨ ਕਿ ਕਿਆ ਚਾਰਜ ਕਰ ਰਹੇ ਨੇ ਲੋਕਾਂ ਨੂੰ। ਇੱਥੇ ਫਿਰ ਇੱਕ ਅਬੋਹਰ ਤੋਂ ਮੈਨੂੰ ਆਇਆ, ਪਤਾ ਨਹੀਂ ਕਿਉਂ ਇਹ ਨੌਬਤ ਆਈ ਹੈ ਕਿ ਮੈਨੂੰ ਤੁਸੀਂ ਇਹ ਚਿੱਠੀ ਇਹ ਸੁਨੇਹਾ ਮੈਨੂੰ ਭੇਜੋ ਵਿਜੇ ਕੁਮਾਰ ਜੀ ਅਬੋਹਰ ਤੋਂ ਕਿ ਮੈਨੂੰ ਨਾ ਕੋਈ ਕਾਰਡ ਹੈ ਰਾਸ਼ਨ ਦਾ ਮੇਰੇ ਕੋਲ, ਨਾ ਕੋਈ ਰੋਟੀ ਦੇ ਸਾਧਨ ਨੇ। ਪਲੀਜ਼ ਮੇਰੀ ਮਦਦ ਕਰੋ। ਇਹ ਮੈਨੂੰ ਅਫਸੋਸ ਹੈ ਸੁਣ ਕੇ ਕਿ ਮੇਰੇ ਪੰਜਾਬ ਦੇ ਵਿੱਚ ਇਹ ਗੱਲ ਸਾਡੀ ਹੋਈ ਆ। ਅੱਜ ਹੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਹਿ ਰਿਹਾ ਕਿ ਵਿਜੇ ਕੁਮਾਰ ਜੀ ਅਬੋਹਰ ਦੇ ਵਿੱਚ ਇਹਨਾਂ ਨੂੰ ਕੰਟੈਕਟ ਕਰਕੇ ਹੁਣੀ ਰੋਟੀ ਪਹੁੰਚਾਓ, ਉੱਥੇ ਰਾਸ਼ਨ ਪਹੁੰਚਾਓ ਔਰ ਦੇਖੋ ਕਿ ਕਿਉਂ ਇਹਨਾਂ ਨੂੰ ਕਾਰਡ ਨਹੀਂ ਮਿਲਿਆ ਅਗਰ ਇਹਨਾਂ ਦੀ ਹਾਲਾਤ ਇੰਨੀ ਮਾੜੀ ਹੈ। ਅਸੀਂ ਤੁਹਾਡਾ ਵਿਜੇ ਕੁਮਾਰ ਜੀ ਪੂਰਾ ਸਾਥ ਦੇਵਾਂਗੇ ਔਰ ਤੁਸੀਂ ਡਿਪਟੀ ਕਮਿਸ਼ਨਰ ਤੁਹਾਨੂੰ ਕੰਟੈਕਟ ਕਰਨਗੇ। ਤੁਸੀਂ ਇਹ ਵੀ ਪੁੱਛਿਆ ਮੈਨੂੰ ਮਨਦੀਪ ਸਿੰਘ ਜੀ ਨੇ ਕਿ ਫੂਡ ਪ੍ਰੋਸੈਸਿੰਗ ਇੰਡਸਟਰੀ ਪੰਜਾਬ ਦੇ ਵਿੱਚ ਇਹ ਕਿਉਂਕਿ ਖਾਣਾ ਇੱਥੇ ਵਗੈਰਾ ਅੰਨ ਵਗੈਰਾ ਪੈਦਾ ਹੁੰਦਾ ਹੈ, ਤੁਸੀਂ ਇੱਥੇ ਫੂਡ ਪ੍ਰੋਡਕਸ਼ਨ ਦੇ ਵਿੱਚ ਕੀ ਤੁਸੀਂ ਫੋਕਸ ਕਰ ਰਹੇ ਹੋ? ਅਸੀਂ ਕਰ ਰਹੇ ਹਾਂ ਫੋਕਸ ਮਿਲਕ ਪ੍ਰੋਡਕਸ਼ਨ 'ਤੇ ਅਸੀਂ ਫੋਕਸ ਕਰ ਰਹੇ ਹਾਂ। ਦੁੱਧ ਦੀ ਬੜੀ ਫੈਕਟਰੀਜ਼ ਲੱਗੀਆਂ, ਅਮੁਲ ਹੈ, ਸਾਡੇ ਆਪਣੇ ਨੇ, ਵੇਰਕਾ ਵਾਲੇ ਨੇ, ਹੋਰ ਬੜੇ ਪ੍ਰਾਈਵੇਟ ਯੂਨਿਟਸ ਨੇ ਜਿਹੜੇ ਲੱਗੇ ਹੋਏ ਨੇ। ਸਾਡੇ ITC ਆਈ ਹੋਈ ਹੈ, ਉਹਨਾਂ ਨੇ ਪਲਾਂਟ ਲਾ ਲਿੱਤਾ। ਸਾਡੇ ਇੱਧਰ ਲੇਜ਼ ਵਾਲੇ ਨੇ, ਪੈਪਸੀ ਵਾਲੇ, ਉਹਨਾਂ ਨੇ ਲਾ ਲਿੱਤਾ। ਬਹੁਤ ਪਲਾਂਟਸ ਆ ਰਹੇ ਨੇ। ਸਾਡੇ ਫੂਡ ਪਾਰਕਸ ਇੱਥੇ ਲੱਗੀਆਂ ਨੇ 3, ਉਹਦੇ ਵਿੱਚ ਲੋਕ ਆ ਰਹੇ ਨੇ। ਸੋ ਇੱਥੇ ਕੋਈ ਕਮੀ ਨਹੀਂ।
ਫੂਡ ਪ੍ਰੋਡਕਸ਼ਨ ਇਨਕਰੇਜ ਅਸੀਂ ਕਰ ਰਹੇ ਹਾਂ। ਔਰ ਅਸੀਂ ਡਾਈਵਰਸੀਫਿਕੇਸ਼ਨ ਪ੍ਰੋਗਰਾਮ ਵਿੱਚ ਵੀ ਅਸੀਂ ਹੁਣ ਚਾਹੁੰਦੇ ਹਾਂ ਕਿ ਸਬਜ਼ੀਆਂ ਵਗੈਰਾ ਹੋਣ, ਔਰ ਸਬਜ਼ੀਆਂ ਜਦ ਹੋਣਗੀਆਂ ਤਾਂ ਆਪਣੇ ਆਪ ਇੰਡਸਟਰੀ ਨੇ ਸਬਜ਼ੀਆਂ ਕੰਜ਼ਿਊਮ ਕਰਨ ਵਾਲੀ ਇੰਡਸਟਰੀ ਉਹਨੇ ਉੱਠ ਜਾਣਾ। ਉਹ ਇਹ ਸਾਡੇ ਵਾਸਤੇ ਇਹ ਵਰੀ ਕਰਨ ਦੀ ਲੋੜ ਨਹੀਂ। ਇਹ ਜ਼ਰੂਰ ਜੋ ਪੰਜਾਬ ਦੇ ਵਿੱਚ ਇੱਥੇ ਸਾਡੀ ਹਿਸਟਰੀ ਹੈ ਔਰ ਸਾਡੇ ਬਾਰੇ ਜੋ ਦੁਨੀਆ ਜਾਣਦੀ ਹੈ ਕਿ ਅਸੀਂ ਐਗਰੀਕਲਚਰ ਪ੍ਰੋਡਿਊਸਿੰਗ ਸਟੇਟ ਹੈ। ਐਗਰੀਕਲਚਰ ਇੱਕ ਚੀਜ਼ ਹੋ ਸਕਦੀ ਹੈ, ਦੂਜੀ ਚੀਜ਼ ਵੀ ਹੋ ਸਕਦੀ ਹੈ, ਤੀਸਰੀ ਵੀ ਹੋ ਸਕਦੀ ਹੈ, ਹਾਰਟੀਕਲਚਰ ਵੀ ਹੋ ਸਕਦੀ ਹੈ, ਵੈਜੀਟੇਬਲ ਪ੍ਰੋਡਕਸ਼ਨ ਵੀ ਹੋ ਸਕਦੀ ਹੈ। ਇਹ ਸਾਰੀਆਂ ਚੀਜ਼ਾਂ ਇਹ ਅਸੀਂ ਦੁਨੀਆ ਦੇ ਜਿਹੜੀ ਇੰਡਸਟਰੀ ਹੈ ਉਹ ਦੇਖ ਕੇ ਆਈ ਹੈ। ਸਾਡੇ ਕੋਲ ਇੱਕ ਸਪੈਨੀਅਰਡ ਆਏ ਨੇ ਉਰੇ, ਇੱਕ ਸਾਡੇ ਬ੍ਰਿਟਿਸ਼ ਵਾਲੇ ਲੱਗੇ ਹੋਏ ਨੇ, ਬਾਕੀ ਬੜੇ ਹਿੰਦੁਸਤਾਨ ਕੋਆਪਰੇਸ਼ਨ ਮੈਂ ਤੁਹਾਨੂੰ ਉਹਨਾਂ ਦੇ ਨਾਮ ਦਿੱਤੇ ਨੇ। ਤੋ ਸਾਡੇ ਕੋਲ ਇਹੋ ਜਿਹੀ ਨਹੀਂ। ਸਾਨੂੰ ਹੁਣ ਤਾਂ ਮੈਂ ਆਸ ਕਰਦਾ ਕਿ ਜਿਹੜੇ ਚੀਨ 'ਚੋਂ ਇਹ ਬੰਦ ਹੋ ਰਹੀਆਂ ਨੇ ਯੂਨਿਟ ਔਰ ਬਾਹਰ ਜਾ ਰਹੀਆਂ ਨੇ ਚੀਨ ਤੋਂ, ਉਹਨਾਂ ਦੇ ਵਿੱਚ ਵੀ ਜਿਹੜੇ ਫੂਡ ਯੂਨਿਟ ਨੇ, ਫੂਡ ਤੋਂ ਇਲਾਵਾ ਵੀ ਯੂਨਿਟ ਸਾਡੇ ਪੰਜਾਬ 'ਚ ਆਓ, ਅਸੀਂ ਤੁਹਾਨੂੰ ਦੇਵਾਂਗੇ ਪਰਮਿਸ਼ਨ। ਸਾਡੇ 3100 ਏਕੜ ਜ਼ਮੀਨ ਤਕਰੀਬਨ ਅਸੀਂ 4 ਯੂਨਿਟ 'ਚ ਰੱਖੀ ਹੋਈ ਹੈ ਕਿ ਅਸੀਂ ਇਹਨਾਂ ਨੂੰ ਆ ਕੇ ਉਰੇ ਵਸਾ ਸਕੀਏ। ਦੇਖੋ ਨੌਕਰੀਆਂ ਹੋ ਸਕਣਗੀਆਂ, ਆਰਥਿਕ ਸਾਧਨ ਸਾਡੇ ਵਧਣਗੇ, ਸਾਰੀਆਂ ਚੀਜ਼ਾਂ ਦੀ ਸਾਨੂੰ ਲੋੜ ਹੈ। ਹੁਣ ਰਜਿੰਦਰ ਮਾਨ ਜੀ ਨੇ ਰੋਪੜ ਤੋਂ ਮੈਨੂੰ ਇੱਕ ਸਵਾਲ ਕੀਤਾ, ਔਰ ਇਹ ਸਵਾਲ ਇੱਕ ਨਹੀਂ, ਮੇਰਾ ਖਿਆਲ ਸੈਂਕੜੇ ਸਵਾਲ ਹੋਣੇ ਆ ਇਹਦੇ 'ਤੇ ਮੇਰੇ, ਕਿ ਜਿਮ ਕਦ ਖੋਲੋਗੇ। ਬੱਚੇ ਚਾਹੁੰਦੇ ਨੇ ਜਿਮ ਜਾਣਾ। ਅਤੇ ਇਹ ਅਸੀਂ ਜਿਹੜੇ ਇਹ ਫੈਸਲੇ ਨੇ, ਪਹਿਲੀ ਗੱਲ ਇਹ ਸਮਝਣ ਵਾਲੀ ਹੈ ਕਿ ਇਹ ਜਿਹੜੇ ਫੈਸਲੇ ਨੇ ਇਹ ਸੈਂਟਰਲ ਗਵਰਨਮੈਂਟ ਦੇ ਫੈਸਲੇ ਨੇ। ਲਾਕਡਾਊਨ ਇਹ ਨੈਸ਼ਨਲ ਲਾਕਡਾਊਨ ਹੈ, ਨੈਸ਼ਨਲ ਕਰਫਿਊ ਹੈ, ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਦੇ ਅਧੀਨ ਆਉਂਦਾ ਹੈ। ਜਦੋਂ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਦੇ ਅਧੀਨ ਕੁਛ ਹੋਏ ਫਿਰ ਸੈਂਟਰ ਆਪਣੇ ਹੁਕਮ ਉੱਥੋਂ ਦਿੰਦੀ ਹੈ, ਹੋਮ ਮਿਨਿਸਟਰੀ ਦਿੰਦੀ ਹੈ। ਅਗਰ ਸਟੇਟ ਦੀ ਹੁੰਦੀ ਤਾਂ ਮੇਰੇ ਹੱਥ 'ਚ ਹੁੰਦੀ ਸੀ, ਲੇਕਿਨ ਇਹ ਪੂਰੇ ਹਿੰਦੁਸਤਾਨ ਵਾਸਤੇ ਹੈ ਤਾਂ ਨੈਸ਼ਨਲ ਲਾਕਡਾਊਨ ਹੈ। ਔਰ ਉਹਨਾਂ ਨੇ 2 ਚੀਜ਼ਾਂ ਹਾਲੇ ਨਹੀਂ ਖੋਲ੍ਹੀਆਂ, ਇੱਕ ਜਿਮ ਨਹੀਂ ਖੋਲ੍ਹੇ ਔਰ ਇੱਕ ਰੈਸਟੋਰੈਂਟ ਨਹੀਂ ਖੋਲ੍ਹੇ। ਤਾਂ ਮੈਂ ਆਸ ਕਰਦਾ ਕਿ ਆਉਣ ਵਾਲੇ ਜਦੋਂ ਲਾਕਡਾਊਨ ਨੂੰ ਰਿਵਿਊ ਕਰਨਗੇ ਇਹ ਦੋਨੋਂ ਚੀਜ਼ਾਂ ਨੂੰ ਜ਼ਰੂਰ ਖੋਲ੍ਹਣਗੇ ਤਾਂ ਕਿ ਫਿਰ ਨੋਰਮਲਸੀ ਆਪਣੀ ਪੰਜਾਬ 'ਚ ਆਉਂਦੀ ਹੋਵੇ। ਸਭ ਪਰਵਾਹ ਨਾ ਕਰੋ, ਹਾਲੇ ਹੈ ਤਾਂ ਥੋੜ੍ਹੇ ਦਿਨ, ਲੇਕਿਨ ਥੋੜ੍ਹੀ ਬਹੁਤੀ ਦੌੜ ਦੂੜ ਡਾਲਿਆ ਕਰੋ, ਸਾਈਕਲ ਨਾਲ ਚੜ੍ਹ ਕੇ ਸਾਈਕਲਿੰਗ ਕਰ ਲਿਆ ਕਰੋ, ਔਰ ਉਸ ਤੋਂ ਬਾਅਦ ਜਿਮ ਆ ਜਾਣੀ ਹੈ ਤੁਹਾਡੇ ਕੋਲ। ਔਰ ਜਿਮ ਥੋੜ੍ਹੇ ਜਦ ਚੱਲਣਗੇ ਫਿਰ ਤੁਸੀਂ ਆਪਣੀ ਨੋਰਮਲ ਲਾਈਫ ਜੋ ਹੈ ਤੁਸੀਂ ਉਹ ਆਪਣਾ ਸ਼ੁਰੂ ਕਰ ਦੇਣਾ। ਫਿਰ ਤੁਸੀਂ ਇੱਕ ਮੈਨੂੰ ਅਨਿਲ ਕੁਮਾਰ ਜੀ ਰਾਣਾ ਨੇ ਲਿਖਿਆ ਹੈ। ਹੁਣ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਸ਼ਹਿਰ 'ਚ ਵਸਦੇ ਨੇ, ਲੇਕਿਨ ਇਹ ਕਿਹਾ ਕਿ ਸਾਡੇ ਸੜਕ ਨਹੀਂ ਕੋਈ ਬਣਦੀ, ਸਾਡੇ 2 ਨਗਰਾਂ ਨੂੰ ਜੋੜਨ ਵਾਲੀ ਸੜਕ ਨਹੀਂ ਬਣਦੀ ਅਤੇ ਹਾਲਾਤ ਬੜੇ ਮਾੜੇ ਨੇ ਉਰੇ। ਪਹਿਲੀ ਗੱਲ ਤਾਂ ਰਾਣਾ ਜੀ, ਦਿਸ ਇਜ਼ ਇਹ ਕੋਵਿਡ ਕਰਕੇ 3 ਮਹੀਨੇ ਤਾਂ ਟੋਟਲ ਲੋਕਡਾਊਨ ਰਿਹਾ ਸਾਡਾ। ਤੁਸੀਂ ਕਿਹਾ ਕਿ 30 ਵਾਰ ਅਸੀਂ ਲੋਕਲ MC ਕੋਲ ਗਏ ਹਾਂ, EO ਕੋਲ ਗਏ ਹਾਂ। ਹੁਣ ਕੰਸਟਰਕਸ਼ਨ ਐਕਟੀਵਿਟੀ ਸ਼ੁਰੂ ਹੋ ਗਈ। ਤੁਸੀਂ ਕੰਮ ਕਰੋ, ਤੁਸੀਂ ਪਲੀਜ਼ ਜਾ ਕੇ ਸਾਨੂੰ ਐਟਲੀਸਟ ਦੁਬਾਰਾ ਦੱਸੋ ਕਿ ਤੁਸੀਂ ਕਿਹੜੇ ਸ਼ਹਿਰ 'ਚ ਰਹਿੰਦੇ ਹੋ, ਔਰ ਤੁਹਾਡੀ ਹੈਲਪ ਅਸੀਂ ਕਰਾਂਗੇ। ਔਰ ਸਿਰਫ ਤੁਸੀਂ ਨਹੀਂ, ਅਗਰ ਹੋਰ ਵੀ ਕੋਈ ਹੈ ਜੋ ਆਪਣੀ ਕੋਈ ਇਹੋ ਜਿਹੀ ਮੁਸੀਬਤ ਦੇਖਦੇ ਨੇ ਤਾਂ ਤੁਸੀਂ ਸਾਨੂੰ ਦੱਸੋ, ਅਸੀਂ ਤੁਹਾਡੀ ਹੈਲਪ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਔਰ ਤੁਹਾਨੂੰ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਨੰਬਰ 1 ਸੂਬਾ ਬਣੇ ਹਰ ਪੱਖੋਂ ਹਿੰਦੁਸਤਾਨ ਦੇ ਵਿੱਚ। ਔਰ ਉਹ ਦੇ ਵਿੱਚ ਸਾਡੇ ਸ਼ਹਿਰ ਨੇ 40% ਤਾਂ ਸਾਡੀ ਆਬਾਦੀ ਸ਼ਹਿਰਾਂ 'ਚ ਰਹਿੰਦੀ ਹੈ, 60% ਪਿੰਡਾਂ 'ਚ ਰਹਿੰਦੀ ਹੈ। ਔਰ ਇਹ ਜ਼ਰੂਰੀ ਹੈ ਕਿ ਸਾਡੀ ਆਬਾਦੀ ਵੀ ਜਿਹੜੀ ਹੈ ਉਹ ਜਿਹੜੀ ਸ਼ਹਿਰਾਂ ਵਾਲੀ ਹੈ, ਉਹ ਸ਼ਹਿਰਾਂ ਵਾਲੀ ਆਬਾਦੀ ਨੂੰ ਵੀ ਅਸੀਂ ਚੰਗੀ ਤਰ੍ਹਾਂ ਸੰਭਾਲੀਏ। ਔਰ ਕੋਈ ਤੁਹਾਨੂੰ ਜ਼ਰਾ ਮੈਨੂੰ ਇੱਕ ਵਾਰ ਦੱਸ ਦਿਓ ਤੁਸੀਂ ਕਿਹੜੇ ਸ਼ਹਿਰ 'ਚੋਂ, ਔਰ ਅਸੀਂ ਤੁਹਾਡਾ ਪੂਰੀ ਮਦਦ ਤੁਹਾਡੀ ਕਰਾਂਗੇ। ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਵਾਹਿਗੁਰੂ ਤੁਹਾਨੂੰ ਸੁਖੀ ਰੱਖਣ। ਤੁਸੀਂ ਮੇਰੀ ਗੱਲਾਂ ਮੰਨੋ ਔਰ ਬਸ ਚੜ੍ਹਦੀ ਕਲਾ 'ਚ ਰਹੋ, ਔਰ ਕਿਸੇ ਤਰੀਕੇ ਨਾਲ ਘਬਰਾਉਣਾ ਨਹੀਂ, ਬਟ ਜੋ ਤੁਹਾਨੂੰ ਕਦਮ ਦੱਸੇ ਨੇ ਉਹ ਤੁਸੀਂ ਸਿਰੇ ਤੱਕ ਲੈ ਕੇ ਚੱਲੋ। ਬਹੁਤ